ਅੰਦਜ ਕਦਰ ਪਿੰਡ ਲਗਨ ਮ੍ਰਿਤਕ ਛੰਦ ਰੁਗਤ ਭਾਰਤ ਕੀ ਸਮਝ ਨ ਆਵਈ ਵੈਰ ਦੇਸ ਕਾਲ ਗਨ ਅਗਨ ਨ ਹੋਈ ਰਸ ਵਿਪਦਾ ਅਲੰਕਾਰ ਕੋ ਹੂੰ ਕੋ ਭੇਦ ਨ ਪਾਵਈ ਕਵਿਤ ਅੰਦਜ ਕਦਰ ਪਿੰਡ ਨਗਨ ਮ੍ਰਿਤਕ ਛੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਚਾਵਰ ਛਾਤਰ ਤਖਤ ਦੇ ਮਾਲਕ, ਗੁਰਤਾ ਗਦੀ ਤੇ ਸ਼ੁਭਾਇਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਹੀ ਬੇਅੰਤ ਕਿਰਪਾ ਰਹਿਮਤ ਬਖਸ਼ਿਸ਼ ਹੋ ਰਹੀ ਹੈ। ਸਤਿਗੁਰੂ ਜੀ ਦੇ ਨਦਰ ਕਰਮ ਦਾ ਸਦਕਾ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਸੰਧਿਆ ਦੇ ਦੀਵਾਰ ਵਿੱਚ ਸਤਿਗੁਰੂ ਜੀ ਦੀ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਇਤਿਹਾਸ ਦੀ ਜੋ ਲੜੀਵਾਰ ਮਨੋਹਰ ਕਥਾ ਆਪਾਂ ਨਿੱਤਾਂ ਪ੍ਰਤੀ ਸਰਵਣ ਕਰਦੇ ਆ ਰਹੇ ਹਾਂ। ਪਿੱਛੇ ਆਪਾਂ ਸਰਵਣ ਕੀਤਾ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬੈਠੇ ਹੋਏ ਖਡੂਰ ਸਾਹਿਬ ਦੀ ਧਰਤੀ ਗੁਰਦੁਆਰਾ ਪਟਿਆਲਾ ਸਾਹਿਬ। ਇਸ ਜਗ੍ਹਾ ਦੇ ਉੱਤੇ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕ ਆਪਣੀ ਅੰਮ੍ਰਿਤ ਰਸਨਾ ਤੋਂ ਸੁਣਾ ਰਹੇ ਹਨ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਅਮਰਦਾਸ ਜੀ, ਭਾਈ ਜੀਵਾ ਜੀ, ਭਾਈ ਤਿੰਨਾ ਬਾਈ ਅਤੇ ਹੋਰ ਅਨੇਕਾਂ ਗੁਰੂ ਕੇ ਸਿੰਘ ਸਰਵਣ ਕਰ ਰਹੇ ਹਨ। ਭਾਈ ਐੜਾ ਲੋਕਾ ਖੱਤਰੀ ਇਸ ਇਤਿਹਾਸ ਨੂੰ ਵਾਰਤਕ ਰੂਪ ਦੇ ਵਿੱਚ ਲਿਖ ਰਿਹਾ ਹੈ। ਜਿਵੇਂ ਉਹ ਇਤਿਹਾਸ ਭਾਈ ਵਾਲੇ ਨੇ ਸੁਣਾਇਆ, ਭਾਈ ਪੈੜਾ ਲੋਕਾ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਸਾਖੀ ਇਤਿਹਾਸ ਲਿਖਿਆ। ਭਾਈ ਬਾਲੇ ਵਾਲੀ ਜਨਮ ਸਾਖੀ ਉਸ ਨੂੰ ਕਾਲ ਦੇ ਨਿਯਮਾਂ ਦੇ ਵਿੱਚ ਲਿਆ ਕੇ ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਹੈ। ਇਸ ਗ੍ਰੰਥ ਦੇ ਚੌਥੇ ਅਧਿਆਏ ਦੀ ਅੱਜ ਪ੍ਰਾਰੰਭਤਾ ਹੋ ਰਹੀ ਹੈ। ਪਿਛਲੇ ਅਧਿਆਏ ਵਿੱਚ ਆਪਾਂ ਸੁਣਿਆ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਨਮ ਪੱਤਰੀ ਤੋਂ ਜਿਹੜੀ ਪੰਡਤ ਹਰਜਾਲ ਜੀ ਨੇ ਲਿਖੀ ਸੀ, ਉਹਨਾਂ ਦੀ ਜਨਮ ਤਰੀਕ ਦਾ ਸਮੇਂ ਦਾ ਪਤਾ ਲੱਗਿਆ। ਜਿਹੜੀ ਭਾਈ ਲਾਲੂ ਜੀ ਸਤਿਗੁਰੂ ਜੀ ਦੇ ਚਾਚਾ ਜੀ ਦੇ ਪਾਸੋਂ ਪ੍ਰਾਪਤ ਹੋਈ ਤਲਵੰਡੀ ਤੋਂ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਦਿਆਂ ਹੋਇਆ ਲੈ ਕੇ ਆਏ ਸਨ। ਨਾਲ ਇਹਨਾਂ ਦੇ ਭਾਈ ਲਾਲਾ ਪਰੂ ਸਿੰਘ ਗਿਆ ਸੀ। ਭਾਈ ਪੈੜੇ ਮੁਕਤੀ ਖੱਤਰੀ ਨੇ ਸਤਿਗੁਰੂ ਜੀ ਦੀ ਜਨਮ ਪੱਤਰੀ ਨੂੰ ਸੰਸਕ੍ਰਿਤ ਵਿੱਚੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਸੁਣਾਇਆ ਅਤੇ ਲਿਖਿਆ। ਇਸੇ ਪ੍ਰਕਾਰ ਅੱਗੇ ਭਾਈ ਬਾਲਾ ਜੀ ਨੇ ਸਤਿਗੁਰੂ ਸਾਹਿਬ ਦਾ ਇਤਿਹਾਸ ਸੁਣਾਉਂਦਿਆਂ ਹੋਇਆਂ ਦੱਸਿਆ ਕਿ ਕੱਤਕ ਦੀ ਪੁੰਨਿਆਂ ਵਾਲੇ ਦਿਨ 27ਵਾਂ ਸ਼ੁਭ ਨਛੱਤਰ ਸੀ, ਚੰਦਰਮਾ ਦੀ ਸ਼ੁਭ ਰਾਤ ਸੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਏ ਹੋਈ ਤਲਵੰਡੀ, ਜਿਸ ਨੂੰ ਅੱਜ ਕੱਲ੍ਹ ਆਪਾਂ ਸ੍ਰੀ ਗੁਰੂ
ਘਾਟ ਕਹਿੰਦੇ ਹਨ। ਇਸ ਜਗ੍ਹਾ ਦੇ ਉੱਤੇ 1526 ਈਸਵੀ ਨੂੰ ਸਤਿਗੁਰੂ ਸਾਹਿਬ ਜੀ ਨੇ 1469 ਈਸਵੀ ਨੂੰ ਇਸ ਧਰਤੀ ਦੇ ਉੱਤੇ ਆਪ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਦੇ ਵਿੱਚ ਆਗਮਨ ਕੀਤਾ, ਹੋਣਾ ਕੀਤਾ, ਭਵ ਲਿਆ, ਜਨਮ ਲਿਆ। ਪਿਤਾ ਮਹਿਤਾ ਕਾਲੂ ਜੀ ਨੇ ਬਹੁਤ ਲੰਬਾ ਸਮਾਂ ਭਗਤੀ ਕੀਤੀ ਸੀ। ਪਿਛਲੇ ਜਨਮਾਂ ਦੇ ਵਿੱਚ ਵੀ ਐਸੀ ਮੁਰਾਦ, ਐਸੀ ਇੱਛਾ, ਐਸੀ ਭਾਵਨਾ ਮਨ ਵਿੱਚ ਰੱਖੀ ਕਿ ਹੇ ਵਾਹਿਗੁਰੂ, ਤੂੰ ਮੇਰੇ ਘਰ ਸੁਪੁੱਤਰ ਹੋ ਕੇ ਪ੍ਰਗਟ ਹੋ ਕਿ ਮੈਨੂੰ ਸੇਵਾ ਦਾ ਮੌਕਾ ਬਖਸ਼। ਦੁਨੀਆ ਦੇ ਵਿੱਚ ਭਗਤੀ ਕਰਨ ਵਾਲੇ ਕੋਈ ਪ੍ਰਮਾਤਮਾ ਨੂੰ ਪਿਤਾ ਦੇ ਰੂਪ ਵਿੱਚ ਵੇਖਦਾ ਹੈ, ਕੋਈ ਮਾਤਾ ਦੇ ਰੂਪ ਵਿੱਚ ਵੇਖਦਾ ਹੈ, ਕੋਈ ਪਤੀ ਦੇ ਰੂਪ ਵਿੱਚ ਵੇਖਦਾ ਹੈ। ਪਰ ਬਾਬਾ ਕਾਲੂ ਜੀ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਘਰ ਤੁਸੀਂ ਪੁੱਤਰ ਰੂਪ ਹੋ ਕੇ ਜਨਮ ਲਓ। ਪਿਤਾ ਰੂਪ ਹੋ ਕੇ ਤੁਸੀਂ ਬਹੁਤ ਬਖਸ਼ਿਸ਼ਾਂ ਕਰਦੇ ਹੋ। ਤੁਹਾਨੂੰ ਪਿਤਾ ਰੂਪ ਦੇ ਵਿੱਚ ਲੋਕਾਂ ਨੇ ਬੜਾ ਪੂਜਿਆ, ਪਰ ਮੇਰੀ ਵਿਲੱਖਣ ਮੰਗ ਹੈ, ਮੈਂ ਤੁਹਾਨੂੰ ਪੁੱਤਰ ਰੂਪ ਵਿੱਚ ਵੇਖਣਾ ਚਾਹੁੰਦਾ ਹਾਂ। ਪਿਤਾ ਪਿਆਰ ਚੰਦ ਜੀ, ਬਾਬਾ ਕਾਲੂ ਜੀ, ਜਿਨ੍ਹਾਂ ਦਾ ਛੋਟਾ ਨਾਮ ਹੈ, ਪਟਵਾਰੀ ਸਨ। ਰਾਏ ਭੋਏ ਦੇ ਤਲਵੰਡੀ ਵਿਖੇ ਰਾਏ ਬਲਾਰ ਦੇ ਖਾਸ ਮਿੱਤਰਾਂ ਵਿੱਚੋਂ ਸਨ। ਇਹਨਾਂ ਦੇ ਇਲਾਕੇ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਵਿੱਚ ਪਟਵਾਰ ਦੀ ਸੇਵਾ, ਪਟਵਾਰ ਦੀ ਨੌਕਰੀ, ਪਟਵਾਰੀ ਦੀ ਨੌਕਰੀ ਬਾਬਾ ਕਾਲੂ ਜੀ ਨੂੰ ਮਿਲੀ ਹੋਈ ਸੀ। ਸੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਦਾ ਆਗਮਨ ਮਾਤਾ ਪਿਤਾ ਜੀ ਦੇ ਪਵਿੱਤਰ ਪੁੱਤਰ ਤੋਂ ਹੋਇਆ। ਜਿਸ ਘਰ ਦੇ ਵਿੱਚ ਸਤਿਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਸਤਿਗੁਰੂ ਜੀ ਦੇ ਮਾਤਾ ਦੇ ਪੇਟ ਵਿੱਚ ਆਗਮਨ ਦੇ ਵੇਲੇ ਤੋਂ ਹੀ ਇਹ ਰਾਏ ਭੋਏ ਦੀ ਤਲਵੰਡੀ, ਸਾਰਾ ਤਲਵੰਡੀ ਨਗਰ ਇਉਂ ਮੰਨੋ ਕਿ ਜਿਵੇਂ ਵਿਧਾਤਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸਵਰਗਾਂ ਦੀ ਪੂਰੀ ਰਚ ਦਿੱਤੀ ਹੋਵੇ। ਸਭ ਪਾਸੇ ਖੁਸ਼ੀਆਂ ਜਿਹੜੇ ਮੰਗਲ ਹਨ। ਇਹ ਆਪਾਂ ਬੀਤੇ ਦਿਨ ਇਤਿਹਾਸ ਸੁਣ ਲਿਆ ਸੀ। ਆਓ ਜਿਵੇਂ ਚੌਥਾ ਅਧਿਆਏ ਕਵੀ ਜੀ ਆਰੰਭ ਕਰਦੇ ਹਨ। ਔਰ ਬੜੀ ਹੀ ਨਿਮਰਤਾ ਦਾ ਸਬੂਤ ਦਿੰਦੇ ਹੋਏ, ਚੂੜਾਮਣੀ ਕਵੀ ਹਨ ਭਾਵੇਂ ਕਵੀਆਂ ਤੇ ਸਰਬੌਤ ਕਵੀ ਹਨ ਭਾਈ ਸੰਤੋਖ ਸਿੰਘ ਜੀ, ਪਰ ਅੱਤ ਦਰਜੇ ਦੀ ਨਿਮਰਤਾ ਉਹਨਾਂ ਨੇ ਇੱਥੇ ਦਿਖਾਈ ਹੈ। ਵਿਦਵਾਨ ਜਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਕਿ ਇਹ ਬੁੱਧੀਮਾਨ ਪੁਰਸ਼ੋ, ਵਿਦਵਾਨ ਕਵੀਓ, ਮੇਰੀ ਜਿਹੜੀ ਕਵਿਤਾ ਹੈ ਇਹਦੇ ਵਿੱਚ ਕਵੀਆਂ ਦੇ ਉੱਚ ਪੱਧਰ ਦੇ ਨਾਲ ਮਿਲਦੀ ਜੁਲਦੀ ਕੋਈ ਗੱਲ ਨਹੀਂ ਹੈ। ਪਰ ਹਾਂ, ਮੇਰੀ ਕਵਿਤਾ ਵਿੱਚ ਭਗਤੀ ਪ੍ਰਧਾਨ ਜ਼ਰੂਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਮੈਂ ਸੋਹਣਾ ਜੀਵਨ ਲਿਖਿਆ, ਉਹ ਮੇਰੀ ਕਵਿਤਾ ਦੇ ਵਿੱਚ ਮੁੱਖ ਗੱਲ ਹੈ। ਕਿਉਂਕਿ ਮੈਂ ਤਾਂ ਸਤਿਗੁਰੂ ਦਾ ਜਸ, ਸਤਿਗੁਰੂ ਦੀ ਕੀਰਤ ਲਿਖਣ ਵਾਸਤੇ ਹੀ, ਸਤਿਗੁਰੂ ਦੀ ਮਹਿਮਾ ਲਿਖਣ ਵਾਸਤੇ ਹੀ ਆ ਛੰਦ ਜੋੜੇ ਆ। ਇਹਦੇ ਵਿੱਚ ਮੈਂ ਆਪ ਨਿਯਮਾਂ ਦਾ ਬਹੁਤਾ ਖਿਆਲ ਨਹੀਂ ਰੱਖਿਆ, ਔਰ ਜਿਸ ਕਰਕੇ ਕਵੀਆਂ ਦੇ ਸਾਹਮਣੇ ਮੇਰੀ ਕਵਿਤਾ ਜਿਹੜੀ ਅਟਪਟੀ ਜੀ ਆ, ਸਿੱਧ ਪੱਧਰੀ ਜੀ ਆ। ਕੋਈ ਕਵੀਆਂ ਦੇ ਉੱਚ ਸਤਰ ਦੀ, ਮੇਰੀ ਉੱਚ ਪੱਧਰ ਦੀ ਕਵਿਤਾ ਨਹੀਂ ਹੈ। ਹਾਲਾਂਕਿ ਐਸਾ ਨਹੀਂ, ਕਵੀ ਜੀ ਨੇ ਕਾਵਿ ਦੇ ਨਿਯਮਾਂ ਨੂੰ ਵੀ ਪੂਰਾ ਰੱਖਿਆ ਤੇ ਸਤਿਗੁਰੂ ਜੀ ਦੀ ਮਹਿਮਾ ਵੀ ਬਾਖੂਬੀ ਵਰਣਨ ਕੀਤੀ ਹੈ, ਪਰੰਤੂ ਫਿਰ ਵੀ ਆਪਣੇ ਕੋਲੋਂ ਨਿਮਰਤਾ ਦਰਸਾਉਂਦੇ। ਜਿਵੇਂ ਕਵੀ ਜੀ ਨੇ ਇਹ ਆਰੰਭ ਦੇ ਵਿੱਚ ਇੱਕ ਕਵਿਤਾ ਲਿਖ ਕੇ ਆਪਣੀ ਕਵਿਤਾ ਬਾਰੇ ਕੁਝ ਨਿਮਰਤਾ ਦੇ ਬਚਨ ਲਿਖੇ ਹਨ। ਉਸ ਤੋਂ ਬਾਅਦ ਜਿਵੇਂ ਕਥਾ ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆ ਰਹੀ ਹੈ, ਬੜੇ ਪਿਆਰ ਨਾਲ ਸੁਣੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਿਤ ਅੰਧ ਗੁਪ ਕਰ ਪਿੰਗ ਲਗਨ ਵਰਤਕ ਛੰਦ। ਕਵੀ ਜੀ ਕਹਿ ਰਹੇ ਨੇ ਕਿ ਵਿਦਵਾਨ ਜਦੋਂ ਮੇਰੀ ਜਿਹੜੀ ਛੰਦ, ਨਜ਼ਮ, ਕਵਿਤਾ ਇਹ ਕਹਿੰਦੇ ਅੰਨੀ ਹੈ।
ਅੰਨੀ ਕਵਿਤਾ ਕਿਹੜੀ ਹੁੰਦੀ ਆ? ਕਵੀਆਂ ਨੇ ਜਿਹੜਾ ਧਰਵਾ ਬੰਨ੍ਹਿਆ, ਜਿਹੜੀ ਮਰਿਆਦਾ ਬੰਨ੍ਹੀ ਆ, ਉਸ ਦੇ ਮੁਤਾਬਕ ਕਵਿਤਾ ਨਾ ਲਿਖੀ ਗਈ ਹੋਵੇ, ਉਹਨਾਂ ਨਿਯਮਾਂ ਦਾ ਪਾਲਣ ਨਾ ਕੀਤਾ ਗਿਆ ਹੋਵੇ, ਉਹਨਾਂ ਰੂਲਸ ਨੂੰ ਫੋਲੋ ਨਾ ਕੀਤਾ ਗਿਆ ਹੋਵੇ, ਉਸ ਪੋਇਟਰੀ ਨੂੰ, ਉਸ ਪੋਇਮ ਨੂੰ, ਉਸ ਕਵਿਤਾ ਨੂੰ, ਉਸ ਛੰਦਾਬੰਦੀ ਨੂੰ ਅੰਨੀ ਕਵਿਤਾ ਕਿਹਾ ਜਾਂਦਾ। ਸੋ ਕਵੀ ਜੀ ਕਹਿ ਰਹੇ ਆ ਕਿ ਮੇਰੀ ਕਵਿਤਾ ਜਿਹੜੀ ਹੈ ਉਹ ਅੰਨੀ ਹੈ, ਭਾਵ ਕਵੀਆਂ ਦੇ ਨਿਯਮਾਂ ਦਾ ਇਸ ਵਿੱਚ ਪਾਲਣ ਨਹੀਂ ਕੀਤਾ ਗਿਆ ਹੈ, ਔਰ ਬਦਰ ਨਾਮ ਬੋਲੇ ਦਾ, ਜਿਹਨੂੰ ਸੁਣਾਈ ਨਾ ਦਿੰਦਾ। ਬੋਲੀ ਕਵਿਤਾ ਕਿਹੜੀ ਹੁੰਦੀ ਆ? ਸਾਧ ਸੰਗਤ ਜੀ, ਕਵਿਤਾ ਦੇ ਵਿੱਚ ਕਈ ਤਰ੍ਹਾਂ ਦੇ ਦੋਸ਼ ਹੁੰਦੇ ਆ। ਜਿਹੜੀ ਪ੍ਰੋਪਰ ਦੋਸ਼ਾਂ ਤੋਂ ਰਹਿਤ ਕਵਿਤਾ ਹੈ ਉਹਨੂੰ ਉੱਚ ਪਾਏ ਦੀ ਕਵਿਤਾ ਮੰਨਿਆ ਜਾਂਦਾ ਹੈ, ਕਵੀਆਂ ਦੇ ਨਿਯਮਾਂ ਮੁਤਾਬਕ ਹੈ। ਪਰ ਜਿਹੜੀ ਕਵੀਆਂ ਦੇ ਨਿਯਮਾਂ ਮੁਤਾਬਕ ਢੁੱਕਦੀ ਨਾ ਹੋਵੇ, ਉਸ ਨੂੰ ਦੋਸ਼ਾਂ ਦੇ ਸਹਿਤ ਕਵਿਤਾ ਕਿਹਾ ਜਾਂਦਾ। ਪਹਿਲਾ ਦੋਸ਼ ਹੈ ਅੰਨੀ ਕਵਿਤਾ, ਕਵੀਆਂ ਦੇ ਨਿਯਮਾਂ ਦੇ ਮੁਤਾਬਕ ਨਾ ਹੋਵੇ, ਉਹਨਾਂ ਨਿਯਮਾਂ ਦਾ ਪਾਲਣ ਨਾ ਕੀਤਾ ਜਾਵੇ। ਦੂਸਰਾ ਹੈ ਬਦਰ, ਡੋਰਾ ਹੋਣਾ, ਬੋਲਾ ਹੋਣਾ, ਇਹ ਵੀ ਕਵਿਤਾ ਦਾ ਇੱਕ ਦੋਖ ਹੈ। ਰਚਨਾ ਵਿੱਚ ਜਿਹੜੇ ਪਦ ਲਿਖੇ ਜਾਂਦੇ ਆ, ਪਹਿਰੇ ਲਿਖੇ ਜਾਂਦੇ ਆ, ਇੱਕ ਪਹਿਰਾ, ਇੱਕ ਪਦ ਜਿਹੜਾ ਉਹਦਾ ਅਰਥ ਕੁਝ ਹੋਰ ਹੋਵੇ, ਦੂਜੇ ਦਾ ਅਰਥ ਉਹਦੇ ਵਿਰੋਧਾ ਭਾਵ ਦੇ ਵਿੱਚ ਹੋਵੇ, ਵਿਰੋਧੀ ਅਰਥ ਹੋਵੇ। ਭਾਵ ਪਹਿਲੇ ਦੀ ਗੱਲ ਨਹੀਂ ਸੁਣੀ, ਦੂਜੇ ਨੇ ਆਪਣੀ ਕਹਿ ਦਿੱਤੀ। ਜਿਵੇਂ ਕੋਈ ਕਿਸੇ ਕੰਨਾਂ ਤੋਂ ਉੱਚਾ ਸੁਣਦਾ ਹੋਵੇ ਤੇ ਗੁਰਮਤਿ ਦੀ ਭਾਸ਼ਾ ਵਿੱਚ ਉਹਨੂੰ ਕਹਿੰਦੇ ਚੁਬਾਰੇ ਚੜ੍ਹਿਆ। ਨਿਹੰਗ ਸਿੰਘਾਂ ਦੇ ਬੋਲੇ ਕਦੇ ਸੁਣਿਓ? ਉਹ ਕਦੇ ਨਹੀਂ ਕਹਿਣਗੇ ਕਿਸੇ ਨੂੰ ਵੀ ਇਹ ਫਲਾਣਾ ਬੰਦਾ ਬੋਲਾ, ਉਹ ਕਹਿਣਗੇ ਇਹ ਫਲਾਣਾ ਸਿੰਘ ਚੁਬਾਰੇ ਚੜ੍ਹਿਆ ਹੋਇਆ। ਸੋ ਇਸ ਪ੍ਰਕਾਰ ਦੀ ਸੁਣਾਈ ਨਾ ਦਿੰਦਾ ਹੋਵੇ ਉਸ ਬੋਲੇ ਦੇ ਵਾਂਗੂ ਕਵਿਤਾ ਦੇ ਪਹਿਲੇ ਪਦ ਦਾ ਅਰਥ ਕੁਝ ਹੋਰ ਨਿਕਲਿਆ, ਦੂਜਾ ਉਹਦੇ ਨਾਲ ਮਿਲਦਾ ਹੀ, ਦੂਜਾ ਉਸੇ ਦੀ ਵਿਰੋਧ ਕਰੀ ਜਾ ਰਿਹਾ। ਇਹੋ ਜਿਹੀ ਜਿਹੜੀ ਕਵਿਤਾ ਹੈ, ਇਹੋ ਜਿਹੇ ਲੱਛਣ ਜਿਸ ਕਵਿਤਾ ਵਿੱਚ ਹੋਣ, ਉਹਨੂੰ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਬਦਰ ਦੋਖ ਹੈ, ਦੋਹਰੇਪਣ ਦਾ, ਗੋਲੇਪਣ ਦਾ ਦੋਖ ਹੈ। ਕਵੀ ਜੀ ਕਹਿੰਦੇ ਮੇਰੀ ਕਵਿਤਾ ਇਸ ਤਰ੍ਹਾਂ ਦੀ ਹੈ। ਔਰ ਇਸ ਪ੍ਰਕਾਰ ਪਿੰਗਲੀ ਕਵਿਤਾ, ਇਹ ਵੀ ਕਵਿਤਾ ਦਾ ਇੱਕ ਦੋਖ ਹੈ। ਜਿਸ ਕਵਿਤਾ ਦੇ ਵਿੱਚ ਛੰਦਾਂ ਦੀ ਗਿਣਤੀ ਜਿਹੜੀ ਹੈ, ਮਿਲਦੀ ਹੈ, ਉਹ ਘੱਟ ਵੱਧ ਲੱਗਦੇ ਹੋਣ, ਮਤਲਬ ਤੁਕਾਂਤ ਪੂਰਾ ਨਾ ਹੁੰਦਾ, ਇੱਕ ਚੱਕਰ ਵੱਧ ਆ ਗਏ, ਇੱਕ ਚੱਕਰ ਘੱਟ ਆ ਗਏ। ਦੂਜੀ ਪੰਕਤੀ ਦੇ ਵਿੱਚ ਤੁਕਾਂਤ ਪੂਰਾ ਨਹੀਂ ਹੋ ਰਿਹਾ, ਛੰਦ ਵੱਧ ਘੱਟ ਹੈ। ਇਸ ਕਰਕੇ ਜਦੋਂ ਉਹਨੂੰ ਰਿਦਮ ਦੇ ਵਿੱਚ ਗਾਇਆ ਜਾਵੇਗਾ, ਉਸ ਵੇਲੇ ਉਹ ਅਟਪਟਾ ਜਿਹਾ ਲੱਗੇਗਾ, ਪੂਰਾ ਤੁਕਾਂਤ ਨਹੀਂ ਹੋਵੇਗਾ। ਸੋ ਉਸ ਨੂੰ ਕਹਿੰਦੇ ਆ ਪਿੰਗਲੀ ਕਵਿਤਾ। ਕਵੀ ਜੀ ਕਹਿੰਦੇ ਇਸ ਪ੍ਰਕਾਰ ਦੀ ਮੇਰੀ ਕਵਿਤਾ ਦੇ ਵਿੱਚ ਦੋਖ ਹੈ, ਇਹ ਪਿੰਗਲੀ ਵੀ ਹੈ ਤੇ ਨਗਨ ਵਸਤਰਾਂ ਤੋਂ ਰਹਿਤ, ਇਹ ਵੀ ਕਵਿਤਾ ਦਾ ਇੱਕ ਦੋਖ ਹੈ ਜਿਹਦੇ ਵਿੱਚ ਕੋਈ ਅਲੰਕਾਰ ਹੀ ਨਾ ਹੋਵੇ, ਕਿਉਂਕਿ ਕਵਿਤਾ ਵਿੱਚ ਅਲੰਕਾਰ ਬੰਨ੍ਹਦੇ ਆ, ਕਵੀ ਉਪਮਾ ਦਿੰਦੇ ਆ ਕਈ ਤਰ੍ਹਾਂ ਦੀ। ਸੋ ਜਿਸ ਕਵਿਤਾ ਦੇ ਵਿੱਚ ਸਾਧ ਸੰਗਤ ਜੀ ਕੋਈ ਅਲੰਕਾਰ ਨਾ ਹੋਵੇ, ਜਿਵੇਂ ਕਿਸੇ ਦੇ ਸੁਹਾਪਣ ਦਾ ਵਰਣਨ ਕਰਨਾ ਹੋਵੇ ਤੇ ਉੱਥੇ ਚੰਦਰਮਾ ਦਾ ਅਲੰਕਾਰ ਕਵੀ ਦੇ ਦਿੰਦੇ ਆ ਕਿ ਫਲਾਣੇ ਦਾ ਮੁੱਖ ਜਾਂ ਫਲਾਣੀ ਇਸਤਰੀ ਦਾ ਮੁੱਖ ਚੰਦਰਮਾ ਹੁੰਦਾ। ਇਸ ਪ੍ਰਕਾਰ ਦੇ ਜਿਹੜੇ ਅਲੰਕਾਰ, ਕਵੀ ਜੀ ਕਹਿੰਦੇ ਮੇਰੀ ਕਵਿਤਾ ਵਿੱਚ ਮੈਂ ਕੋਈ ਬਹੁਤ ਸੋਹਣੇ ਅਲੰਕਾਰ ਵੀ ਨਹੀਂ ਦੇ ਸਕਿਆ, ਇਸ ਕਰਕੇ ਮੇਰੀ ਕਵਿਤਾ ਨਗਨ ਨਿਰਵਸਤਰ ਹੈ ਔਰ ਨਿਰਤਕ ਮਰੀ ਹੋਈ। ਮੇਰੀ ਕਵਿਤਾ ਕਹਿੰਦੇ ਮਰੀ ਹੋਈ ਹੈ। ਇਹ ਵੀ ਕਵਿਤਾ ਦਾ ਇੱਕ ਦੁੱਖਣ ਹੈ, ਦੋਸ਼ ਹੈ। ਜਿਸ ਕਵਿਤਾ ਦੇ ਵਿੱਚ ਕੋਈ ਅਰਥ ਹੀ ਨਾ ਹੋਵੇ, ਇਹੋ ਜਿਹੇ ਸ਼ਬਦ ਲਿਖਦੇ ਨੇ, ਇਹੋ ਜਿਹੇ ਲਫ਼ਜ਼ ਉਹਦੇ ਵਿੱਚ ਵਰਤ ਰਹੇ ਨੇ, ਇਹੋ ਜਿਹੇ ਵਰਡਸ ਯੂਜ਼ ਕਰ ਲੈਣੇ ਜਿਹਨਾਂ ਦਾ ਮੀਨਿੰਗ ਹੀ ਕੋਈ ਨਹੀਂ ਨਿਕਲਦਾ, ਜਿਹਨਾਂ ਦਾ ਅਰਥ ਹੀ ਕੋਈ ਨਹੀਂ ਨਿਕਲਦਾ, ਉਸ ਨੂੰ ਕਹਿੰਦੇ ਮਰੀ ਹੋਈ ਕਵਿਤਾ। ਜਿਵੇਂ ਕਈ ਸ਼ਬਦ ਹੈ ਉਹ ਐਵੇਂ ਬਸ ਮੂੰਹ ਤੋਂ ਜੋ ਬੋਲ ਦਿੱਤਾ, ਕੋਈ ਲਿਖ ਦਿੱਤਾ, ਉਹਨਾਂ ਦਾ ਅਰਥ ਕੋਈ ਬਣੇ ਹੀ ਨਾ ਹੋਵੇ, ਕਵਿਤਾ ਦੇ ਮੁਤਾਬਕ ਉਹ ਲਾਗੂ ਨਾ ਹੋਵੇ ਕੋਈ ਨਿਯਮ, ਉਸ ਨੂੰ ਆਖਿਆ ਜਾਂਦਾ ਵਿਅਕਤ ਮਰੀ ਹੋਈ ਕਵਿਤਾ। ਕਵੀ ਜੀ ਕਹਿੰਦੇ ਮੇਰੀ ਕਵਿਤਾ ਵਿੱਚ ਇਹ ਵੀ ਦੋਖ ਹੈ
कि मेरी कविता ਦੇ ਕੋਈ ਬਹੁਤ ਚੰਗੇ ਅਰਥ ਵੀ ਨਹੀਂ ਨਿਕਲਦੇ ਹਨ। ਰੁਕਤ ਅਪਾਰਕ ਕੀ ਸਮਝ ਨ ਆਵਈ। ਅੱਗੇ ਹੈ ਜੀ ਰੁਕਤ। ਇਹਦਾ ਪੂਰਾ ਸ਼ਬਦ ਹੈ ਪੁਨਰਾਵ੍ਰਿਤੀ। ਵਾਰ-ਵਾਰ ਕਿਸੇ ਸ਼ਬਦ ਦਾ ਵਰਣਨ ਕਰੀ ਜਾਣਾ, ਇੱਕੋ ਹੀ ਅਰਥ ਦੇ ਵਿੱਚ ਕਰੀ ਜਾਣਾ। ਹਾਲਾਂਕਿ ਇੱਕ ਤਾਂ ਕਵੀਆਂ ਨੇ ਵਿਦਵਤਾ ਦਿਖਾਈ ਹੁੰਦੀ ਆ ਨਾ, ਇੱਕੋ ਹੀ ਸ਼ਬਦ ਨੂੰ ਵਾਰ-ਵਾਰ ਵਰਤ ਕੇ ਪਰ ਅਰਥ ਉਹਦੇ ਵੱਖਰੇ ਵੱਖਰੇ ਨਿਕਲਦੇ। ਪਰ ਇੱਕੋ ਹੀ ਸ਼ਬਦ ਨੂੰ ਵਾਰ-ਵਾਰ ਉਸੇ ਅਰਥ ਦੇ ਵਿੱਚ ਹੀ ਲਾਈ ਜਾਣਾ, ਵਾਰ-ਵਾਰ ਉਹਦਾ ਰਿਪੀਟ ਕਰੀ ਜਾਣਾ, ਰੈਪੀਟੇਸ਼ਨ ਹੋਣੀ, ਉਹਨੂੰ ਕਹਿੰਦੇ ਪੁਨਰਾਵ੍ਰਿਤੀ। ਸੋ ਇਸ ਪ੍ਰਕਾਰ ਕਵੀ ਜੀ ਕਹਿੰਦੇ ਮੇਰੀ ਕਵਿਤਾ ਦੇ ਵਿੱਚ ਪੁਨਰਾਵ੍ਰਿਤੀ ਵੀ ਵਿਦਵਾਨ ਦੇਖਣਗੇ। ਵਾਰ-ਵਾਰ ਇੱਕੋ ਗੱਲ ਨੂੰ ਬੇਲੋੜਾ ਵੀ ਆਖਣਾ ਹੋਵੇਗਾ। ਤੇ ਅੱਗੇ ਕਹਿੰਦੇ ਨੇ ਅਪਾਰਥ। ਸੋ ਇਸ ਪ੍ਰਕਾਰ ਜਿਹੜੀ ਕਵਿਤਾ ਦੇ ਵਿੱਚ ਇਹੋ ਜਿਹੇ ਵਚਨ ਕਹੇ ਹੋਣ ਜਿਹਦੇ ਅਰਥ ਕੀਤੇ ਆ ਅਪਾਰਥ, ਕੋਈ ਮਤਲਬ ਨਾ ਬੜੇ ਅਟਪਟਾ ਜਿਹੇ ਲੱਗੇ, ਕਵਿਤਾ ਸਮਝ ਹੀ ਨਾ ਆਵੇ ਲਿਖਣ ਵਾਲੇ ਨੇ ਲਿਖਿਆ ਕੀ ਆ, ਗਾਉਣ ਵਾਲੇ ਨੇ ਗਾਇਆ ਕੀ ਆ, ਉਹਨੂੰ ਕਹਿੰਦੇ ਅਪਾਰਥ। ਅਪਾਰਥ ਅਰਥਾਂ ਤੋਂ ਬਹੀਰ। ਅਟਪਟੀ ਜੀ ਕਹਿੰਦੇ ਇਸ ਪ੍ਰਕਾਰ ਦੀ ਮੇਰੀ ਕਵਿਤਾ ਹੈ, ਸਮਝ ਨਾ ਆਵਈ। ਕਹਿੰਦੇ ਮੈਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਹੈ, ਸੋਝੀ ਨਹੀਂ ਹੈ। ਵੈਰ ਦੇਸ ਕਾਲ ਗਨ ਅਗਨ ਨ ਮੋਹਿ ਰਸ। ਫਿਰ ਕਹਿੰਦੇ ਮੇਰੀ ਕਵਿਤਾ ਦੇ ਵਿੱਚ ਦੇਸ਼ ਵਿਰੋਧ ਵੀ ਹੈ ਤੇ ਕਾਲ ਵਿਰੋਧ ਵੀ ਹੈ। ਦੇਸ਼ ਵਿਰੋਧ ਕੀ ਹੁੰਦਾ? ਕਵਿਤਾ ਦੇ ਵਿੱਚ ਸਾਧ ਸੰਗਤ ਦੀ ਉਹ ਗੱਲ ਵਰਣਨ ਕਰ ਦੇਣੀ ਜਿਹੜੀ ਉਸ ਦੇਸ਼ ਵਿੱਚ, ਜਿਹੜੀ ਉਸ ਇਲਾਕੇ ਵਿੱਚ ਨਾ ਹੋਵੇ। ਜਿਵੇਂ ਆਪਾਂ ਕਹਿ ਲਈਏ ਵੀ ਆ ਕਦਮ ਦੇ ਵਿੱਚ ਬੈਠੇ ਆਪਾਂ, ਇੱਥੇ ਕੇਸਰ ਦੀਆਂ ਕਿਆਰੀਆਂ ਲੱਗ ਜਾਣ, ਕੇਸਰ ਦੇ ਬੂਟੇ ਲੱਗੇ, ਕੇਸਰ ਦੇ ਬਾਗ ਲੱਗੇ। ਕੇਸਰ ਤਾਂ ਇੱਥੇ ਨਹੀਂ ਹੁੰਦਾ ਨਾ, ਕੇਸਰ ਜਿਹਨਾਂ ਇਲਾਕਿਆਂ ਵਿੱਚ ਹੁੰਦਾ, ਜੇ ਉੱਥੋਂ ਦੀ ਗੱਲ ਕੀਤੀ ਜਾਵੇ ਕਵਿਤਾ ਵਿੱਚ ਤਾਂ ਉਹ ਢੁਕਵੀਂ ਲੱਗੇਗੀ। ਪਰ ਜਿਹੜੀ ਗੱਲ ਜਿਸ ਇਲਾਕੇ ਵਿੱਚ ਨਾ ਹੁੰਦੀ ਹੋਵੇ ਉਹਨੂੰ ਦੇਸ਼ ਵਿਰੋਧ ਕਿਹਾ ਜਾਂਦਾ। ਕਵੀ ਜੀ ਕਹਿੰਦੇ ਦੇਸ਼ ਵਿਰੋਧ ਵੀ ਹੈ ਮੇਰੀ ਕਵਿਤਾ ਦੇ ਵਿੱਚ, ਇਹ ਵੀ ਕਹਿੰਦੇ ਔਗਣ ਹੋ ਸਕਦਾ। ਇਸੇ ਪ੍ਰਕਾਰ ਕਾਲ ਵਿਰੋਧ, ਜਿਸ ਸਮੇਂ ਵਿੱਚ ਜਿਹੜੀ ਚੀਜ਼ ਨਾ ਹੋਵੇ ਤਾਂ ਵਰਣਨ ਕਰਦੇ ਹਨ। ਜਿਵੇਂ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਸੁਣਾ ਰਹੇ ਹਾਂ ਤੇ ਕਾਵਿ ਰੂਪ ਦੇ ਵਿੱਚ ਇਹਦਾ ਵਰਣਨ ਕਰਨ ਲੱਗਿਆ ਜਾਂ ਵਾਰਤਕ ਦੇ ਵਿੱਚ ਕਥਾ ਸੁਣਾਉਣ ਵਾਲਾ ਕਹਿ ਦੇਵੇ ਬਈ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ ਨਾ, ਜਨਮ ਹੋਇਆ, ਖੁਸ਼ੀਆਂ ਮਨਾਉਣ ਵਾਸਤੇ ਲੋਕ ਮਰਸਡੀਜ਼ ਕਾਰਾਂ ਲੈ ਕੇ ਆਏ, BMW ਤੇ ਆਏ। ਲੋਕ ਰੇਲ ਗੱਡੀਆਂ ਤੇ ਚੜ੍ਹ ਚੜ੍ਹ ਕੇ ਪਹੁੰਚੇ ਦਰਸ਼ਨ ਕਰਨ। ਵੀ ਉਸ ਕਾਲ ਦੇ ਵਿੱਚ, ਉਸ ਸਮੇਂ ਵਿੱਚ ਇਹ ਚੀਜ਼ਾਂ ਨਹੀਂ ਸਨ। ਅੱਜ ਆਪਾਂ ਉਹਨੂੰ ਐਵੇਂ ਬਣਾ ਦਈਏ, ਇਹੋ ਜਿਹੀ ਕਵਿਤਾ ਲਿਖ ਦਈਏ। ਇਹ ਕਵਿਤਾ ਦਾ ਇੱਕ ਦੋਖ ਹੈ ਦੇਸ਼ ਵਿਰੋਧ ਦਾ, ਕਾਲ ਵਿਰੋਧ ਦਾ। ਜਿਹੜੀ ਗੱਲ ਜਿਹੜੇ ਸਮੇਂ ਵਿੱਚ ਨਾ ਹੋਣੀ ਉਹਨੂੰ ਐਵੇਂ ਵਿੱਚ ਜੜ ਦੇਣਾ, ਕਵਿਤਾ ਦੇ ਫਿੱਟ ਕਰ ਦੇਣਾ, ਇਹ ਕਵਿਤਾ ਦਾ ਦੋਸ਼ ਮੰਨਿਆ ਗਿਆ ਕਿ ਇਹ ਕਾਲ ਵਿਰੋਧ ਹੈ। ਕਵੀ ਜੀ ਕਹਿੰਦੇ ਮੇਰੀ ਕਵਿਤਾ ਵਿੱਚ ਕਾਲ ਵਿਰੋਧ ਵੀ ਹੋਵੇਗਾ ਔਰ ਗਣ ਅਗਣ। ਕਵਿਤਾ ਦੇ ਵਿੱਚ ਗਣ ਅਤੇ ਅਗਣ ਹੁੰਦੇ ਹਨ। ਪਿੰਗਲ ਦੇ ਵਿੱਚ ਕਵਿਤਾ ਦੇ ਵਜਨ ਨੂੰ ਸਮਤੋਲ ਰੱਖਣ ਦੇ ਲਈ ਗਣ ਰੱਖੇ ਗਏ ਆ। ਕੁਝ ਸ਼ੁਭ ਗਣ ਹੁੰਦੇ ਆ ਤੇ ਕੁਝ ਅਸ਼ੁਭ ਗਣ ਹੁੰਦੇ ਆ। ਅਸ਼ੁਭ ਗਣਾਂ ਨੂੰ ਕਵੀ ਜੀ ਨੇ ਇੱਥੇ ਅਗਣ ਲਿਖਿਆ ਤੇ ਚੰਗੇ ਗਣ ਜਿਹੜੇ ਆ ਉਹਨਾਂ ਨੂੰ ਗਣ ਨਾਮ ਵੀ ਦਿੱਤਾ। ਚੰਗੇ ਗਣ ਜਿਹੜੇ ਆ ਮਾਗਣ, ਨਾਗਣ, ਭਾਗਣ, ਯਗਣ, ਇਹ ਚੰਗੇ ਗਣ। ਔਰ ਅਸ਼ੁਭ ਗਣ ਜਿਹੜੇ ਆ ਸਾਗਣ, ਤਾਗਣ, ਰਗਣ, ਜਗਣ। ਇਹਨੂੰ ਸੌਖਾ ਕਿਉਂ ਸਮਝ ਲਓ ਵੀ ਜਿਵੇਂ ਰਾਗੇ ਸਿੰਘ ਜਦੋਂ ਛੰਦਾਬੰਦੀ ਦੇ ਕਾਵਿ ਨਿਯਮਾਂ ਦੇ ਵਿੱਚ ਜਿਹੜੀ ਗੁਰੂ ਕੀ ਬਾਣੀ ਲਿਖੀ ਗਈ ਆ ਇਸ ਨੂੰ ਗਾਉਂਦੇ ਆ ਤੇ ਕਈ ਵਾਰ ਉਹਨਾਂ ਦਾ ਸੁਰ ਕਾਲ ਪੂਰਾ ਨਹੀਂ ਹੁੰਦਾ ਤੇ ਅੱਖਾਂ ਨੂੰ ਵਧਾ ਘਟਾ ਕੇ ਜੇ ਬੋਲ ਦਿੰਦੇ। ਜਿਵੇਂ ਢਿੱਡੇ ਸ਼ਬਦ ਆਪਾਂ ਸਿੱਧਾ ਕਹਿਣਾ ਹੋਵੇ ਤੇ ਰਾਗੀ ਸਿੰਘ ਗਾਇਨ ਕਰਨ ਵੇਲੇ ਢਿੱਡੇ ਇਸ ਤਰ੍ਹਾਂ ਦੇ ਬੋਲਦੇ, ਉਹਨਾਂ ਨੂੰ ਗਣ ਕਿਹਾ ਜਾਂਦਾ। ਸੋ ਸ਼ੁਭ ਅਤੇ ਅਸ਼ੁਭ ਗਣ ਜਿਹੜੇ ਆ ਕਵੀ ਜੀ ਕਹਿੰਦੇ ਇਹ ਵੀ ਜਿਹੜਾ ਕਹਿੰਦੇ ਮੇਰੀ ਕਵਿਤਾ ਦੇ ਵਿੱਚ ਦੋਖ ਹੋਵੇਗਾ। ਔਰ ਨਵੋ ਹੀ ਰਸ, 9 ਪ੍ਰਕਾਰ ਦੇ ਜਿਹੜੇ ਰਸ ਕਵਿਤਾ ਦੇ ਵਿੱਚ
9 ਪ੍ਰਕਾਰ ਦੇ ਰਸ ਗਿਣਦੇ ਆ, 9 ਪ੍ਰਕਾਰ ਦੇ ਰਸ ਹੁੰਦੇ ਆ। ਸ਼ਿੰਗਾਰ ਰਸ ਹੈ, ਵੀਰ ਰਸ ਹੈ, ਹੱਸਣ ਵਾਲੀਆਂ ਗੱਲਾਂ ਹੋਣ ਜਿੱਥੇ ਇਹੋ ਜਿਹਾ ਦ੍ਰਿਸ਼ ਖਿੱਚਿਆ ਗਿਆ ਹੋਵੇ ਉਹਨੂੰ ਹਾਸ ਰਸ ਕਹਿੰਦੇ ਆ। ਇਸੇ ਤਰ੍ਹਾਂ ਜਿੱਥੇ ਰੋਦਰ ਰਸ ਜੰਗ ਦੇ ਵਿੱਚ ਬਿਆਨ ਕੀਤਾ ਜਾਂਦਾ, ਜੰਗ ਦਾ ਵਰਣਨ ਹੋਵੇ, ਭਿਆਨਕ ਰਸ। ਇਸੇ ਪ੍ਰਕਾਰ ਕਰੁਣਾ ਰਸ ਜਿੱਥੇ ਕਵਿਤਾ ਨੂੰ ਬਹੁਤ ਭਾਵੁਕ ਜਿਹਾ ਬਣਾਇਆ ਗਿਆ ਹੋਵੇ, ਕਿਸੇ ਦੀ ਮੌਤ ਹੋ ਜਾਵੇ, ਕਰੁਣਾ ਪੈਦਾ ਕੀਤੀ ਗਈ ਹੋਵੇ। ਸੋ ਇਸੇ ਪ੍ਰਕਾਰ ਵਿਭਕਤ ਰਸ ਹੈ, ਅਦਭੁਤ ਰਸ ਹੈ ਤੇ ਸ਼ਾਂਤੀ ਰਸ ਹੈ। ਇਹ ਕਵਿਤਾ ਦੀਆਂ ਵੱਖਰੀਆਂ ਵਾਕਿਆਂ ਵਿੱਚ ਇਹਨਾਂ ਰਸਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਿਆਣੇ ਕਵੀ ਲੋਕ ਜਿਹੜੇ ਆ, ਸਿਆਣੇ ਲੇਖਕ, ਉਹ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਆ ਤਾਂ ਕਿ ਉਹਨਾਂ ਦੀ ਕਵਿਤਾ ਬਹੁਤ ਪ੍ਰਭਾਵਸ਼ਾਲੀ ਬਣੇ। ਜਿਵੇਂ ਕਿਸੇ ਨੇ ਕਿਸੇ ਖੁਸ਼ੀ ਦੇ ਮੌਕੇ 'ਤੇ, ਵਿਆਹ ਆਦਿ ਦੇ ਮੌਕੇ ਦੇ ਉੱਤੇ ਕੋਈ ਕਵਿਤਾ ਬਣਾ ਕੇ ਗਾਉਣੀ ਹੋਵੇ ਤਾਂ ਉਸ ਦੇ ਵਿੱਚ ਉਹ ਹਾਸ ਰਸ ਦਾ ਵਰਣਨ ਬਹੁਤਾ ਕਰੇਗਾ, ਕਿਉਂਕਿ ਖੁਸ਼ੀ ਦਾ ਸਮਾਂ, ਹਾਸੇ ਠੱਠੇ ਕੀੜਿਆਂ ਦਾ ਸਮਾਂ। ਇਸੇ ਤਰ੍ਹਾਂ ਜੰਗ ਦੀ ਕਵਿਤਾ ਲਿਖਣੀ ਹੋਵੇਗੀ ਤਾਂ ਉਹਦੇ ਵਿੱਚ ਵੀ ਭਗਤ ਰਸ, ਰੋਦਰ ਰਸ, ਕਰੁਣਾ ਰਸ, ਵੀਰ ਰਸ, ਇਹ ਸਾਰੇ ਸੂਰਮਿਆਂ ਯੋਧਿਆਂ ਦਾ ਜਦੋਂ ਸਰੂਪ ਵਰਣਨ ਕਰਨਾ ਹੋਵੇਗਾ ਉੱਥੇ ਸ਼ਿੰਗਾਰ ਰਸ ਦੀ ਵਰਤੋਂ ਕੀਤੀ ਜਾਵੇਗੀ। ਕਿਸ ਤਰ੍ਹਾਂ ਹਾਰੇ ਸ਼ਿੰਗਾਰੇ ਯੋਧੇ ਮੈਦਾਨੇ ਜੰਗ ਵਿੱਚ ਆਉਂਦੇ ਆ, ਕਿਸ ਤਰ੍ਹਾਂ ਦੇ ਉਹਨਾਂ ਦੇ ਜਿਹੜੇ ਕੱਪੜੇ ਪਹਿਨੇ ਹੋਏ ਆ, ਸੰਜੋਆਂ ਪਹਿਨੀਆਂ ਹੋਈਆਂ, ਦੁਸ਼ਮਣ ਦੇ ਵਾਰਾਂ ਤੋਂ ਬਚਣ ਲਈ ਢਾਲਾਂ ਉਹਨਾਂ ਦੇ, ਇਹ ਸ਼ਿੰਗਾਰ ਰਸ ਹੈ। ਸੋ ਇਸ ਪ੍ਰਕਾਰ ਕਵਿਤਾ ਦੇ ਵਿੱਚ 9 ਰਸ ਹੁੰਦੇ ਆ। ਕਵੀ ਜੀ ਕਹਿੰਦੇ ਮੇਰੀ ਕਵਿਤਾ ਤਾਂ ਰਸਹੀਣ ਹੈ, ਇਹਦੇ ਵਿੱਚ ਇਹ 9 ਰਸ ਦੀ ਮਤਲਬ ਕੀ। ਔਰ ਵਿਵਧਾ ਅਲੰਕਾਰ ਰੂਪੋ ਭੇਦ ਨਹੀਂ ਪਾਉਂਦਾ। ਜਿਹੜੇ ਭਿੰਨ ਪ੍ਰਕਾਰ ਦੇ ਅਲੰਕਾਰ ਹਨ, ਅਲੰਕਾਰ ਜਿਵੇਂ ਆਪਾਂ ਪਹਿਲਾਂ ਵਰਣਨ ਕੀਤਾ, ਕਵਿਤਾ ਨੂੰ ਸੋਹਣਾ ਬਣਾਉਣ ਦੇ ਲਈ ਸਾਧ ਸੰਗਤ ਜੀ ਜਿਹੜੇ ਉਪਮਾ ਅਲੰਕਾਰ ਹੈ, ਅਨੁਪ੍ਰਾਸ ਅਲੰਕਾਰ ਹੈ, ਉਤਪ੍ਰੇਸ਼ਾ ਅਲੰਕਾਰ ਹੈ, ਇਤਿਆਦਿ ਇਹ ਅਲੰਕਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਵੀ ਜੀ ਕਹਿੰਦੇ ਕਿ ਇਹਨਾਂ ਦੇ ਭੇਦ ਪ੍ਰਤੀ ਭੇਦ ਬਾਰੇ ਵੀ ਮੈਨੂੰ ਕੋਈ ਜਾਣਕਾਰੀ ਨਹੀਂ। ਕੋ ਗੁਣ ਹੈ ਨਾ ਮੈਨੇ ਮੈਂ ਭਾਂਤ ਮਦ ਜਨ ਮਨ। ਕਵੀ ਜੀ ਕਹਿੰਦੇ ਮੈਂ ਆਪ ਹੀ ਇਹ ਗੱਲ ਪ੍ਰਗਟ ਕਰਕੇ ਸਪਸ਼ਟ ਰੂਪ ਵਿੱਚ ਕਹਿ ਰਿਹਾ ਹਾਂ ਕਿ ਮੇਰੀ ਕਵਿਤਾ ਦੇ ਵਿੱਚ ਕੋਈ ਵੀ ਗੁਣ ਨਹੀਂ ਹੈ। ਗੁਣੀਆਂ ਹਸ ਜੁਗ ਅਟ ਪਟੀ ਜਾਵੇ। ਕਹਿੰਦੇ ਜਦੋਂ ਗੁਣੀ ਜਨ ਵਿਦਵਾਨ ਲੋਕ ਮੇਰੀ ਕਵਿਤਾ ਨੂੰ ਪੜ੍ਹਨਗੇ ਤੇ ਕਹਿੰਦੇ ਉੱਥੇ ਇਹ ਬੜੀ ਅਟਪਟੀ ਜਿਹੀ ਲੱਗੇਗੀ। ਏਕ ਗੁਣ ਜਾਣੈ ਸੋ ਵਿਦਿਤ ਸੁਰਤ ਸੰਤ ਸੁਣਾ। ਪਰ ਕਵੀ ਜੀ ਕਹਿੰਦੇ ਇੱਕ ਗੱਲ ਤਾਂ ਕਹਿੰਦੇ ਮੈਂ ਕਹਿਣਾ ਵੀ ਮੇਰੀ ਕਵਿਤਾ ਵਿੱਚ ਇੱਕ ਗੁਣ ਤਾਂ ਜ਼ਰੂਰ ਹੈ ਕਿ ਇਸ ਕਵਿਤਾ ਦੇ ਵਿੱਚ ਮੈਂ ਵਰਣਨ ਕੀਤਾ ਹੈ ਸਤਿਗੁਰੂ ਕੀਰਤ ਸੋ ਨਿਰਮਲ ਭਾਵੈ। ਇਹ ਵਿਦਵਾਨ ਜਦੋਂ ਕੰਨ ਦੇ ਕੇ ਸੁਣੋ, ਧਿਆਨ ਨਾਲ ਸੁਣੋ ਕਿ ਮੈਂ ਸਤਿਗੁਰੂ ਜੀ ਦੀ ਮਹਿਮਾ ਵਾਸਤੇ ਕਥਾ ਲਿਖੀ ਹੈ ਕਵਿਤਾ ਵਿੱਚ। ਸੋ ਮੇਰੀ ਕਵਿਤਾ ਦੇ ਵਿੱਚ ਕਹਿੰਦੇ ਸਤਿਗੁਰਾਂ ਦੀ ਨਿਰਮਲ ਕੀਰਤੀ, ਨਿਰਮਲ ਜਸ ਇਸ ਕਵਿਤਾ ਵਿੱਚ ਲਿਖਿਆ ਹੋਇਆ, ਜਿਹੜਾ ਕਿ ਭਾਵਈ ਮਨਾਂ ਨੂੰ ਭਾਉਣ ਵਾਲਾ ਹੈ, ਚੰਗਾ ਲੱਗਣ ਵਾਲਾ ਹੈ। ਦੋਹਰਾ ਨੋਰਾ ਸੁਰ ਬਕਰਗਤ। ਅੱਗੇ ਫਿਰ ਉਦਾਹਰਨ ਦੇ ਕੇ ਦੱਸਦੇ ਹਨ। ਕਹਿੰਦੇ ਜਿਵੇਂ ਸੁਰਸਰੀ ਗੰਗਾ, ਉਹਦਾ ਜਿਹੜਾ ਪ੍ਰਵਾਹ ਹੈ, ਉਹਦਾ ਵਹਿਣ ਹੈ, ਕਹਿੰਦੇ ਚਾਹੇ ਵਿੰਗਾ ਟੇਢਾ ਹੀ ਚੱਲਦਾ ਹੈ। ਗੁਰੀ ਨਾ ਉਗਣ ਜਾਣ। ਪਰ ਜਿਹੜੇ ਗੁਣੀ ਜਨ ਵਿਦਵਾਨ ਲੋਕ ਹੈ, ਸਿਆਣੇ ਲੋਕ ਹੈ, ਕਹਿੰਦੇ ਉਹ ਔਗਣ ਨੂੰ ਨਹੀਂ ਜਾਣਦੇ ਵੀ ਗੰਗਾ ਦਾ ਪਾਣੀ ਜਿਹੜਾ ਟੇਢਾ ਵਿੰਗਾ ਚੱਲਦਾ ਹੈ। ਸਾਧਰ ਸੋ ਤੇ ਮੈਂ ਸਦਾ। ਉਹ ਬੜੇ ਹੀ ਆਦਰ ਸਤਿਕਾਰ ਸਹਿਤ ਇਸ ਗੰਗਾ ਵਿੱਚ ਕਰਹਿ ਪਾਨ ਇਸ਼ਨਾਨ। ਇਸ ਗੰਗਾ ਦੇ ਜਲ ਨੂੰ ਸਤਿਕਾਰ ਸਹਿਤ ਪੀਂਦੇ ਵੀ ਆ, ਪਾਨ ਵੀ ਕਰਦੇ ਆ ਤੇ ਇਹਦੇ ਵਿੱਚ ਇਸ਼ਨਾਨ ਵੀ ਕਰਦੇ ਆ, ਉਹਦਾ ਸਤਿਕਾਰ ਕਰਦੇ। ਇਹ ਨਹੀਂ ਉਹਦਾ ਔਗਣ ਵੀ ਦੇਖਦੇ ਵੀ ਗੰਗਾ ਟੇਢੀ ਵਿੰਗੀ ਪਹਾੜਾਂ ਦੇ ਵਿੱਚੋਂ ਹੁੰਦੀ ਹੋਈ ਆਉਂਦੀ ਆ, ਇਹਦਾ ਪ੍ਰਵਾਹ ਟੇਢਾ ਵਿੰਗਾ। ਸਗੋਂ ਉਹਦੇ ਗੁਣਾਂ ਨੂੰ ਦੇਖਦੇ ਆ ਵੀ ਗੰਗਾ ਦਾ ਜਲ ਸਵੱਛ ਕਿੰਨਾ, ਨਿਰਮਲ ਕਿੰਨਾ, ਔਰ ਉਹਦੇ ਉੱਤੇ ਧਾਰਮਿਕ ਨਦੀ ਕਰਕੇ ਭਾਵਨਾ ਵੀ ਰੱਖਦੇ ਆ। ਇਸ ਕਰਕੇ ਉਹਦੇ ਜਲ ਨੂੰ ਛਕਦੇ ਵੀ ਹਨ, ਇਸ਼ਨਾਨ ਵੀ ਕਰਦੇ ਹਨ। ਸ੍ਰੀ ਬਾਲਾ ਸੰਗੁਰ ਵਾਚ। ਸ਼ੁਕਰ ਵਾਲੇ ਭਾਈ ਬਾਲਾ ਜੀ ਸਤਿਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਗੁਰੂ ਕੇ ਸਿੱਖ,
ਉਹ ਅੱਗੇ ਕਥਾ ਸੁਣਾ ਰਹੇ ਹਨ। ਸੋ ਭਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ। ਸ੍ਰੀ ਗੁਰ ਕਥਾ ਬਿਮਲ ਗੁਣ ਗੁਣੀਏ। ਸਤਿਗੁਰੂ ਸਾਹਿਬ ਜੀ ਦੀ ਜਿਹੜੀ ਕਥਾ ਹੈ ਬੜੀ ਪਵਿੱਤਰ ਹੈ, ਮੈਲ ਤੋਂ ਰਹਿਤ ਹੈ। ਜੇ ਗੁਣੀ ਜਨੋ ਇਸ ਕਰਕੇ ਇਸ ਨੂੰ ਗੁਣੀਏ ਵਿਚਾਰੀਏ। ਭਈ ਭੋਰ ਨਿਰਦਾਸ ਬੁਲਾਇਆ। ਜਦੋਂ ਸਵੇਰ ਦਾ ਵੇਲਾ ਹੋਇਆ, ਸਤਿਗੁਰੂ ਸਾਹਿਬ ਜੀ ਦਾ ਆਗਮਨ ਹੋ ਗਿਆ, ਜਨਮ ਹੋਇਆ ਗੁਰੂ ਨਾਨਕ ਦੇਵ ਜੀ ਦਾ। ਸਵੇਰ ਦਾ ਸਮਾਂ ਜਦੋਂ ਹੋਇਆ, ਦਿਲਬਰ ਸਤਨ ਜਾਉ ਤੂੰ ਧਾਇਆ। ਉਸ ਵੇਲੇ ਬਾਬਾ ਕਾਲੂ ਜੀ ਨੇ ਨਿਜ ਦਾਸ ਬੁਲਾਇਆ। ਆਪਣਾ ਜਿਹੜਾ ਨਿੱਜੀ ਸੇਵਕ ਦਾਸ ਸੇਵਾਦਾਰ ਨੌਕਰ ਸੀ ਉਹਨੂੰ ਆਪਣੇ ਕੋਲ ਬੁਲਾਇਆ ਤੇ ਵਚਨ ਕੀਤਾ। ਕਹਿੰਦੇ ਦੇਸ਼ਭਰ ਜਿਹੜਾ ਸ੍ਰੇਸ਼ਟ ਬ੍ਰਾਹਮਣ ਪੰਡਤ ਹਰਦਿਆਲ ਜੀ ਆ, ਉਹਨਾਂ ਦੇ ਘਰ ਤੂੰ ਦੌੜ ਕੇ ਜਾ। ਦੇਵਕ ਜੋ ਹਰਦਿਆਲ ਪ੍ਰਵੀਨਾ। ਪੰਡਤ ਹਰਦਿਆਲ ਜੀ ਜਿਹੜੇ ਬੜੇ ਤਕੜੇ ਦੇਵਕ ਜੋਤਸ਼ੀ ਹਨ, ਪ੍ਰਵੀਨਾ ਬੜੇ ਸਿਆਣੇ ਹਨ। ਆਨੋ ਤਾਏ ਬਿਲੰਬ ਬਹੀਨਾ। ਉਹਨਾਂ ਨੂੰ ਜਲਦੀ ਬਿਨਾਂ ਦੇਰੀ ਤੋਂ ਬੁਲਾ ਕੇ ਲੈ ਆਓ। ਸੁਨਦ ਦਾਸ ਨਿਜ ਸਦਨ ਸੁਜਾਈ। ਉਸ ਵੇਲੇ ਦਾਸ ਇਹ ਵਚਨ ਸੁਣ ਕੇ ਜਿੱਤ ਦੇ ਪੰਡਤ ਦੇ ਬ੍ਰਾਹਮਣ ਹਰਦਿਆਲ ਦੇ ਘਰ ਨੂੰ ਚਲਿਆ ਗਿਆ। ਦਰ ਪਰ ਤਿਸਟ ਗੁਹਾਰ ਸੁਣਾਈ। ਦਰਵਾਜ਼ੇ ਦੇ ਉੱਤੇ ਖੜੇ ਹੋ ਕੇ ਉਹਨੇ ਉੱਚੀ ਆਵਾਜ਼ ਦੇ ਵਿੱਚ ਆਵਾਜ਼ ਮਾਰੀ, ਬਾਹਰ ਬੁਲਾਇਆ ਪੰਡਤ ਜੀ ਨੂੰ। ਸੁਰਤਵਾ ਬਚਨ ਵਿਪਰ ਹਰਦਿਆਲਾ। ਜਦੋਂ ਪੰਡਤ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਕੋਈ ਬੰਦਾ ਮੈਨੂੰ ਬਾਹਰ ਬੁਲਾ ਰਿਹਾ ਹੈ, ਉਸ ਵੇਲੇ ਪੰਡਤ ਜੀ ਇਹ ਵਚਨ ਸੁਣ ਕੇ ਆਲੇ ਕਰਨ ਸਿਓ ਤਦ ਕਾਲਾ। ਆਲਾ ਨਾਮ ਕਰਦਾ ਹੈ, ਘਰ ਦੇ ਦਰ ਤੋਂ ਦਰਵਾਜ਼ੇ ਤੋਂ ਬਾਹਰ ਨਿਕਲ ਜਲਦੀ। ਦਿਜੂ ਕਾਲੂ ਮੁਝੇ ਪਠਾਇਆ। ਇਹ ਨਾਨਕ ਨੇ ਆਖਿਆ, ਇਹ ਬ੍ਰਾਹਮਣ ਜੀ ਬਾਬਾ ਕਾਲੂ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ। ਚਲੋ ਆਪ ਤਤਕਾਲ ਬੁਲਾਇਆ। ਆਪ ਜੀ ਚਲੋ ਮੇਰੇ ਨਾਲ, ਜਲਦੀ ਤੁਹਾਨੂੰ ਬੁਲਾਇਆ ਹੈ। ਕਹਿ ਦਿਜ ਮੋਂ ਕਰ ਪੂਜਾ। ਉਸ ਵੇਲੇ ਪੰਡਤ ਜੀ ਕਹਿਣ ਲੱਗੇ, ਕਹਿੰਦੇ ਬਈ ਠੀਕ ਆ, ਉਹਨਾਂ ਨੇ ਬੁਲਾਇਆ, ਪਰ ਮੇਰਾ ਪੂਜਾ ਪਾਠ ਦਾ ਸਮਾਂ ਹੈ, ਹੁਣੇ ਤਾਂ ਮੈਂ ਨਹੀਂ ਆ ਸਕਦਾ, ਥੋੜੀ ਦੇਰ ਰੁਕ ਕੇ ਆਵਾਂਗਾ, ਪੂਜਾ ਪਾਠ ਕਰਕੇ ਆਵਾਂਗਾ। ਪੰਡਤ ਹਰਦਿਆਲ ਜੀ ਉਹ ਸਾਧ ਸੰਗਤ ਜੀ ਐਵੇਂ ਪੇਟ ਪਾਲਣ ਵਾਲੇ ਨਹੀਂ ਸੀ ਵੀ ਜਜਮਾਨ ਨੇ ਬੁਲਾਇਆ ਤੇ ਚਲੋ ਜਾ ਕੇ ਉਹਨਾਂ ਦੇ ਘਰੋਂ ਜੋ ਮਿਲਦਾ ਲੈ ਆਈਏ। ਉਹਨਾਂ ਨੇ ਜੋ ਪੂਜਾ ਕਰਦੇ ਸੀ, ਭਗਤੀ ਕਰਦੇ ਸੀ, ਨਿਤਨੇਮ ਕਰਦੇ ਸੀ, ਉਹਨੂੰ ਪਹਿਲ ਦਿੱਤੀ। ਕਹਿੰਦੇ ਜੀ ਮੈਂ ਆਵਾਂਗਾ ਜ਼ਰੂਰ, ਪਰ ਹਾਲੇ ਮੇਰੀ ਪੂਜਾ ਦਾ ਸਮਾਂ ਹੈ। ਔਰ ਕਰਮ ਨ ਕਾਰਜ ਦੂਜਾ। ਜਦੋਂ ਮੇਰੀ ਪੂਜਾ ਖਤਮ ਹੋ ਜਾਏਗੀ, ਉਹ ਤੋਂ ਬਾਅਦ ਕਹਿੰਦੇ ਮੈਂ ਹੋਰ ਕੋਈ ਦੂਜਾ ਕੰਮ ਨਹੀਂ ਕਰਾਂਗਾ, ਭਾਵ ਸਿੱਧਾ ਹੀ ਤੁਹਾਡੇ ਘਰ ਪਹੁੰਚਾਂਗਾ। ਸੁਨ ਕਰੋ ਤੈਸਿਨ ਦਾਸਾ। ਉਸ ਵੇਲੇ ਪੁੱਤਰ ਸੁਣ ਕੇ ਆਰੋ ਪਾਸ ਕਰੀ ਅਰਦਾਸਾ। ਡਾਕਟਰ ਨੇ ਜਾ ਕੇ ਬਾਬਾ ਕਾਲੂ ਜੀ ਨੂੰ ਬੇਨਤੀ ਕਰ ਦਿੱਤੀ, ਦੱਸ ਦਿੱਤਾ। ਘੜੀ 500 ਰਣਾ ਕਰਕੇ। ਇੱਧਰ ਸਾਧ ਸੰਗਤ ਜੀ 5 ਘੜੀਆਂ ਅਰੁਣਾ ਕਰਕੇ ਪੂਜਾ ਕਰਕੇ 5 ਘੜੀਆਂ ਲੱਗਦੀਆਂ। 24 ਮਿੰਟਾਂ ਦੀ ਇੱਕ ਘੜੀ ਹੁੰਦੀ ਆ। 5 ਘੜੀਆਂ ਉਹਨਾਂ ਨੇ ਆਪਣੇ ਨਿਤਨੇਮ ਪੂਜਾ ਵਾਸਤੇ ਲਾਏ। ਆਯੁਧ ਜਸ਼ਬ ਸਗਨ ਬਚਰ ਕੈ। ਸ਼ੁਭ ਸ਼ਗਨ ਵਿਚਾਰ ਕੇ ਇਹ ਪੰਡਤ ਹਰਦਿਆਲ ਜੀ ਆ ਪਹੁੰਚੇ। ਕਾਲੂ ਸਵਸਤੈਨ ਸੁਨਾਇਓ। ਆ ਕੇ ਬਾਬਾ ਕਾਲੂ ਜੀ ਨੂੰ ਅਸ਼ੀਰਵਾਦ ਦਿੱਤਾ, ਜਜਮਾਨ ਜਿਉਂਦੇ ਵਸਦੇ ਰਹੋ, ਕਿਉਂ ਅਸੀਸ ਬਖਸ਼ੀ। ਇੱਕ ਪੁਸ਼ਾਕ ਔਰ ਰਸਾਇਓ। ਔਰ ਬੜਾ ਉਤਸ਼ਾਹ ਦੇਖ ਕੇ ਤੇ ਪੰਡਤ ਜੀ ਵੀ ਹਿਰਦੇ ਵਿੱਚ ਪ੍ਰਸੰਨ ਹੋਏ। ਦੋਹਰਾ ਦਿਲਬਰ ਕੋਲੇ ਧਰਮੈ। ਇਸ ਦਿਸ਼ਵਰ ਨੂੰ ਸ੍ਰੇਸ਼ਟ ਪੰਡਤ ਹਰਦਿਆਲ ਜੀ ਨੂੰ ਲੈ ਕੇ ਆਪਣੇ ਵਿਹੜੇ ਵਿੱਚ ਸਾਦਰ ਆਸਨ ਦਾਸ। ਆਸਣ ਢਾਹ ਕੇ ਇਹਨਾਂ ਦਾ ਵਧੀਆ ਸੋਹਣਾ ਆਸਣ ਲਾ ਕੇ ਸਰਕਾਰ ਦੇ ਸਹਿਤ ਵਿਹੜੇ ਵਿੱਚ ਬਿਠਾ ਲਿਆ। ਬੈਠਾਇਓ ਕੋ ਭਾਉ ਕਰ। ਬਹੁਤ ਭਾਵਨਾ ਕਰਕੇ ਬਾਬਾ ਕਾਲੂ ਜੀ ਨੇ ਪੰਡਤ ਜੀ ਨੂੰ ਬਿਠਾਇਆ। ਆਪ ਬੈਠਦੇ ਸਪਾਸ। ਆਪ ਉਹਨਾਂ ਦੇ ਕੋਲ ਬੈਠ ਗਏ। ਤਾਉ ਭਈ ਐ ਕਾਲੂ ਸੁਨ ਸਰਵਣ ਦਿੰਦੋ। ਉਸ ਵੇਲੇ ਬਾਬਾ ਕਾਲੂ ਜੀ ਕਹਿਣ ਲੱਗੇ, हे ਪੰਡਤ ਜੀ, हे ਸ੍ਰੇਸ਼ਟ ਬ੍ਰਾਹਮਣ ਜੀ, ਕੰਨ ਦੇ ਕੇ ਸੁਣੋ, ਧਿਆਨ ਦੇ ਨਾਲ ਸੁਣੋ। ਦਇਓ ਸਦਨ ਮਮਤਾਤ ਗੋਬਿੰਦੋ। ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਮੇਰੇ ਘਰ ਦੇ ਵਿੱਚ ਪੁੱਤਰ ਦੀ ਬਖਸ਼ਿਸ਼ ਕੀਤੀ ਹੈ। ਗੁਰ ਪਰ ਨਿਜ ਅਨੁਕੰਪਾ ਕਰ।
ਤੇ ਹੁਣ ਤੁਸੀਂ ਮੇਰੇ ਉੱਤੇ ਇਹ ਆਪਣੀ ਕਿਰਪਾ ਕਰੋ। ਸੋਧ ਮਹੂਰਤ ਲਗਨ ਵਿਚਾਰੋ। ਵਧੀਆ ਮਹੂਰਤ ਦੇਖ ਕੇ, ਲਗਨ ਦੇਖ ਕੇ, ਜਿਹੜਾ ਲਗਨ ਮਹੂਰਤ ਨੂੰ ਸੋਧ ਲਓ। ਭੇਦ ਸ਼ਿਵਾਸ਼ੁਭ ਸਭ ਲਖ ਲੀਜੈ। ਔਰ ਸ਼ੁਭ ਅਸ਼ੁਭ ਚੰਗਾ ਮਾੜਾ ਜਿਹੜਾ ਸਮੇਂ ਦਾ ਭੇਦ ਹੈ, ਇਹ ਸਾਰਾ ਜਾਣ ਲਵੋ। ਭਾਵ ਪਤਰੀ ਇਸ ਗ੍ਰਹਿਣ ਇਸ ਕੀ ਲਿਖ ਦੀਜੈ। ਔਰ ਮੇਰੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਨਾ, ਇਹਦੀ ਭਾਵ ਪੱਤਰੀ, ਜਨਮ ਪੱਤਰੀ ਲਿਖ ਲਵੋ। ਕੌਂਕਣ ਕਾਗਦ ਕਾਲੂ ਅਨੋ। ਉਸ ਵੇਲੇ ਪੰਡਤ ਹਰਦਿਆਲ ਜੀ ਕਹਿਣ ਲੱਗੇ ਕਿ ਬਾਬਾ ਕਾਲੂ ਜੀ, ਕੇਸਰ ਅਤੇ ਕਾਗਜ਼ ਮੰਗਵਾ ਲਓ। ਗਣਪਤ ਪੂਜ ਗ੍ਰਹਿਣ ਸਨਮਾਨ। ਉਸ ਤੋਂ ਬਾਅਦ ਗਣਪਤੀ, ਗਣਾਂ ਦੇ ਪਤੀ ਜਿਹੜੇ ਸਾਧ ਸੰਗਤ ਜੀ ਸ਼ਿਵ ਜੀ ਦੇ ਪੁੱਤਰ ਗਣੇਸ਼ ਜੀ ਆ, ਕਹਿੰਦੇ ਉਹਨਾਂ ਦੀ ਪੂਜਾ ਕਰੋ। ਔਰ ਬਾਕੀ ਜਿਹੜੇ ਗ੍ਰਹਿ ਆਦਿ ਹਨ, ਉਹਨਾਂ ਦਾ ਮਾਨ ਸਨਮਾਨ ਕਰੋ, ਪੂਜਾ ਕਰੋ। ਬਾਲਕ ਬਦਲੇ ਜੋ ਜਨਮਾ। ਹੁਣ ਨਾਲ ਮੈਂ ਇਹ ਬੇਨਤੀ ਕਰਦੇ ਹਾਂ ਖਾਲਸਾ ਜੀ, ਇੱਥੇ ਇਹ ਭਾਵ ਨਹੀਂ ਰਹਿ ਲੈਣਾ ਕਿ ਸਤਿਗੁਰੂ ਜੀ ਦੇ ਆਗਮਨ ਦੇ ਸਮੇਂ ਪੰਡਤ ਬੁਲਾਇਆ, ਗ੍ਰਹਿ ਨਛੱਤਰਾਂ ਦੀ ਵਿਚਾਰ ਕੀਤੀ ਗਈ, ਤੇ ਫਿਰ ਕਥਾਵਾਚਕ ਸਾਨੂੰ ਕਾਹਤੋਂ ਕਹਿੰਦੇ ਰਹਿੰਦੇ ਆ ਪ੍ਰਚਾਰ ਕਰੀਏ। ਇਹ ਜਿਹੜੇ ਬ੍ਰਾਹਮਣਾਂ ਵਾਲੇ ਕੰਮ ਨਹੀਂ ਕਰਦੇ। ਜੇ ਅਸੀਂ ਕਰਦੇ ਹਾਂ ਫਿਰ ਇਹਦੇ ਕਾਰਨ ਨਾਲ ਕੀ ਹੁੰਦਾ, ਜਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸਾਰੇ ਇਹ ਕਰਮ ਕਾਂਡ ਕਰ ਰਹੇ ਆ, ਅਸੀਂ ਕਿਉਂ ਨਹੀਂ ਕਰਦੇ? ਕਿਉਂਕਿ ਸਾਨੂੰ ਕੋਈ ਵੀ ਇਸ ਤਰ੍ਹਾਂ ਭੁਲੇਖੇ ਵਿੱਚ ਪਾ ਸਕਦਾ, ਗੁੰਮਰਾਹ ਕਰ ਸਕਦਾ। ਇਹਦਾ ਉੱਤਰ ਇਹ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਾਲੇ ਬਚਪਨ ਆ, ਉਹਨਾਂ ਦੇ ਜਨਮ ਹੀ ਰਿਹਾ। ਜਦੋਂ ਤੱਕ ਉਹ ਗੁਰਬਾਣੀ ਉਚਾਰਨ ਨਹੀਂ ਲੱਗਦੇ, ਕਿਸੇ ਨੂੰ ਉਪਦੇਸ਼ ਨਹੀਂ ਦੇਣ ਲੱਗਦੇ, ਉਦੋਂ ਤੱਕ ਤਾਂ ਸਿੱਖੀ ਦੀ ਨੀਂਹ ਨਹੀਂ ਰੱਖੀ ਜਾਣੀ ਨਾ। ਸਿੱਖ ਤਾਂ ਉਦੋਂ ਹੀ ਬਣਨਾ ਕੋਈ ਜਦੋਂ ਸਤਿਗੁਰੂ ਨੇ ਉਪਦੇਸ਼ ਦਿੱਤਾ। ਇਸ ਕਰਕੇ ਇਹ ਸਿੱਖੀ ਆਰੰਭ ਹੋਣ ਤੋਂ ਪਹਿਲਾਂ ਦੀਆਂ ਗੱਲਾਂ, ਕਿਉਂਕਿ ਹਿੰਦੂ ਪਰਿਵਾਰ ਸੀ, ਖੱਤਰੀਆਂ ਦਾ ਪਰਿਵਾਰ ਸੀ, ਜਿਵੇਂ ਜਿਵੇਂ ਸੰਸਾਰ ਦੇ ਵਿੱਚ ਉਸ ਵੇਲੇ ਦੀ ਰੀਤੀ ਪ੍ਰਚਲਿਤ ਸੀ, ਤਾਂ ਉਸ ਦੇ ਮੁਤਾਬਕ ਹੀ ਸਾਰੇ ਰਸਮ ਰਿਵਾਜ ਕੀਤੇ ਜਾ ਰਹੇ ਹਨ। ਸੋ ਸ਼ਬਦ ਸੁਣਾਓ ਸੁਣਮਾ। ਉਸ ਵੇਲੇ ਪੰਡਤ ਜੀ ਪੁੱਛਦੇ ਆ, ਕਹਿੰਦੇ ਜੀ ਬਾਲਕ ਨੇ ਜਦੋਂ ਜਨਮ ਲਿਆ, ਬਾਲਕ ਸ਼ਬਦ ਨੇ ਜੋ ਜਨਮ, ਬਾਲਕ ਨੇ ਜਦੋਂ ਜਨਮ ਲਿਆ, ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਆਵਾਜ਼ ਕੀਤੀ, ਕਿਸ ਤਰ੍ਹਾਂ ਦਾ ਬੋਲ ਕੱਢਿਆ ਹੈ। ਭਇਓ ਕਾਲਕ ਸਜਨਮ ਸੁਣਾਵੋ। ਕਹਿੰਦੇ ਜਿਹੜਾ ਕਹਿੰਦੇ ਉਸ ਵੇਲੇ ਕੰਨਾਂ ਦੇ ਵਿੱਚ ਸ਼ਬਦ ਸੁਣਿਆ, ਉਹ ਸ਼ਬਦ ਕਹਿੰਦੇ ਮੈਨੂੰ ਸੁਣਾਓ, ਤੇ ਸਮਾਂ ਕਿਹੜਾ ਸੀ ਜਨਮ ਦਾ ਉਹ ਵੀ ਮੈਨੂੰ ਦੱਸ ਦਿਓ। ਬੋਝੋ ਧਾਰੇ ਦੂਰ ਬਲਾਵੋ। ਕਹਿੰਦੇ ਦਾਈ ਉਸ ਵੇਲੇ ਕੋਲ ਹੁੰਦੀ ਆ ਬਾਲਕ ਦੇ ਜਨਮ ਵੇਲੇ, ਦਾਈ ਤੋਂ ਪੁੱਛੋ, ਉਹਨੂੰ ਮੇਰੇ ਕੋਲੇ ਬੁਲਾ ਲਓ। ਸ਼੍ਰੀ ਨਾਨਕ ਦੀ ਦੌਲਤ ਦਾਈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਸੰਸਾਰ ਵਿੱਚ ਸਭ ਤੋਂ ਪਹਿਲਾਂ ਦਰਸ਼ਨ ਕਰਨ ਵਾਲੀ, ਵੱਡੇ ਭਾਗਾਂ ਵਾਲੀ ਜਿਹੜੀ ਬੀਬੀ ਹੈ ਨਾ, ਮਾਤਾ ਦੌਲਤਾਂ ਦਾਈ ਹੈ। ਸੋ ਕਾਲੋ ਤਦ ਕਾਲ ਬੁਲਾਈ। ਇਹ ਮਾਤਾ ਦੌਲਤਾਂ ਨੂੰ, ਦਾਈ ਦੌਲਤਾਂ ਨੂੰ ਬਾਬਾ ਕਾਲੂ ਜੀ ਨੇ ਜਲਦੀ ਬੁਲਾਇਆ। ਪੜੇ ਦਾਸ ਸਭ ਸੌਜ ਮਗਾਈ। ਔਰ ਇੱਧਰ ਜਿਹੜੀ ਵੀ ਪੰਡਤ ਜੀ ਨੇ ਸਮਗਰੀ ਕਹੀ ਸੀ, ਸਾਡੇ ਸਮਾਨ ਕਿਹਾ ਸੀ, ਨੌਕਰ ਨੂੰ ਭੇਜ ਕੇ ਸਭ ਮੰਗਾਇਆ। ਜੋ ਜੋ ਦਿਜ ਬਰ ਦੀਨ ਰਜਾਈ। ਜਿਹੜੀ ਪੰਡਤ ਜੀ ਨੇ ਰਜਾਈ ਹੁਕਮ ਕੀਤਾ ਸੀ, ਆਗਿਆ ਕੀਤੀ ਸੀ। ਦੋਹਰਾ ਗ੍ਰਹਿ ਪ੍ਰਤੇਕ ਕੀ ਵਰਤ ਸਭ। ਔਰ ਇਹ ਜਿਹੜੀ ਗ੍ਰਹਿ ਪੂਜਾ ਦੀਆਂ ਸਾਰੀਆਂ ਵਸਤੂਆਂ ਸਨ। ਕਾਲੂ ਤੈਂ ਜਾਏ। ਸੋ ਉਹ ਨੌਕਰ ਦੇ ਰਾਹੀਂ ਬਾਬਾ ਕਾਲੂ ਜੀ ਨੇ ਸਭ ਲੈ ਆਂਦੀਆਂ। ਮੋਰ ਵੈਸੋ ਪਾਸ ਦੇ ਪਾਸ। ਇਹ ਬ੍ਰਾਹਮਣ ਜੀ ਦੇ ਕੋਲ ਬੈਠ ਗਏ। ਬਜਨ ਲਾਏ। ਆਪਣੇ ਲੋਕ ਤੋਂ ਵਚਨ ਆਖੇ। ਤਉ ਬਈ ਘੜੀ ਏਕ ਜੋ ਦੋ ਜਾਮ ਤਜਾਮਾ। ਕਹਿਣ ਲੱਗੇ ਜੀ ਉਸ ਵੇਲੇ ਇੱਕ ਘੜੀ ਅਤੇ ਦੋ ਪਹਿਰ ਰਾਤ ਜਿਹੜੀ ਬਤੀਤ ਹੋਈ ਸੀ। ਮਿਤੀ ਉਤੀ ਸਦ ਭਵ ਅਬਰਾਮਾ। ਜਿਸ ਵੇਲੇ ਸੁੰਦਰ ਬਾਲਕ ਨੇ ਜਨਮ ਲਿਆ, ਉਦੋਂ ਇੰਨਾ ਕੁ ਸਮਾਂ ਲੰਘਿਆ ਸੀ। ਕੌਣ ਸ਼ਬਦ ਲੈ ਉਪਜੋ ਬਾਲਕ। ਸੋ ਰਾਤ ਦੇ ਪੌਣੇ 1 ਵਜੇ ਦਾ ਸਮਾਂ ਸੀ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਨਮ ਲਿਆ। ਸੋ ਇੱਥੇ ਕਹਿ ਰਹੇ ਨੇ, ਪੰਡਤ ਹਰਦਿਆਲ ਜੀ ਪੁੱਛਦੇ ਆ ਕਿ ਕੌਣ ਸ਼ਬਦ ਨੇ ਉਪਜੋ ਬਾਲਕ।
ਕਹਿੰਦੇ ਕਿਸ ਤਰ੍ਹਾਂ ਦਾ ਸ਼ਬਦ, ਕਿਸ ਤਰ੍ਹਾਂ ਦੀ ਆਵਾਜ਼ ਹੋਈ ਜਦੋਂ ਬਾਲਕ ਨੇ ਜਨਮ ਲਿਆ। ਧਾਏ ਬਤਾਵੋ ਜੋ ਤਤਕਾਲਕ ਇਹ ਲਾਈ ਦੌਲਤਾਂ ਜੀ ਮੈਨੂੰ ਜਲਦੀ ਦੱਸ ਦੇਵੋ। ਬੋਲੀ ਬਚਨ ਦੌਲਤਾਂ ਦਾਈ ਉਸ ਵੇਲੇ ਦੌਲਤਾਂ ਦਾਈ ਨੇ ਇਹ ਵਚਨ ਕੀਤੇ। ਸੁਣੋ ਬਰਤਾਂਤ ਆਓ ਤਿਜਰਾਈ ਕਹਿਣ ਲੱਗੀ ਮੈਂ ਸਾਰਾ ਵਰਤਾਂਤ, ਸਾਰਾ ਹਾਲ ਦੱਸਦੀ ਹਾਂ। ਇਹ ਤਿਜਰਾਈ ਸ੍ਰੇਸ਼ਟ ਬ੍ਰਾਹਮਣ ਜੀ, ਬਹੁਸਤ ਜਨਮੇ ਮਮ ਕਰਮਾਹੀ ਮੇਰੇ ਹੱਥਾਂ ਦੇ ਵਿੱਚ ਇਸ ਤਲਵੰਡੀ ਨਗਰ ਵਿੱਚ ਬਹੁਤ ਬਾਲਕਾਂ ਨੇ ਜਨਮ ਲਿਆ ਹੈ। ਜੈ ਅਚਰਜ ਪਗ ਦੇਖੋ ਨਾਹੀ ਪਰ ਕਦੀ ਇਸ ਤਰ੍ਹਾਂ ਦੀ ਹੈਰਾਨੀ ਵਾਲੀ ਗੱਲ ਮੈਂ ਕਦੇ ਦੇਖੀ ਨਹੀਂ। ਜੀਵ ਨਰ ਜਿਉ ਦਿਵਸ ਮਿਲੇ ਹੈ ਇਹ ਐਸਾ ਬਾਲਕ ਇਹਨਾਂ ਦੇ ਘਰ ਜੰਮਿਆ ਜਿਵੇਂ ਕਹਿੰਦੇ ਸਿਆਣੇ ਮਨੁੱਖ ਵਿਗਸ ਕੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਮਿਲਦੇ ਹਨ। ਕਿਉਂ ਕੀਨੇ ਸ਼ਬਦ ਪਲੇ ਇਸ ਹੈ ਤਰ੍ਹਾਂ ਕਹਿੰਦੇ ਇਹਨਾਂ ਨੇ ਵੀ ਬੜਾ ਭਲਾ ਸ਼ਬਦ ਕੀਤਾ ਹੈ, ਭਲਾ ਸ਼ਬਦ ਬੋਲਿਆ ਹੈ। ਸ਼ੁਭ ਲਛਣ ਸ਼ੁਭ ਅੰਗਨ ਮਾਈ ਔਰ ਇਹਨਾਂ ਦੇ ਸ਼ੁਭ ਅੰਗਾਂ ਦੇ ਵਿੱਚ ਸਾਰੇ ਸ਼ੁਭ ਲੱਛਣ ਦੇਖੀਦੇ ਹਨ। ਆਨ ਨਰਨ ਜਿਉ ਨਰ ਨਾਹੀ ਬਾਕੀ ਦੇ ਨਾਲ ਬਾਕੀ ਦੇ ਬੱਚੇ ਜਿਵੇਂ ਜੰਮਦੇ ਆ, ਕਹਿੰਦੀ ਕੋਹੇ ਜਾ ਕੇ ਬੱਚਾ ਨਹੀਂ ਹੈ। ਦੋਹਰਾ ਸੁਨ ਦਿਲ ਕਰ ਸਭ ਬਚਨ ਕੋ ਜਦੋਂ ਦਾਈ ਦੌਲਤਾਂ ਨੇ ਦੱਸਿਆ ਬਾਕੀ ਬਾਲਕ ਜਨਮ ਲੈਣ ਤੋਂ ਬਾਅਦ ਰੁਕਦੇ ਆ, ਪਰ ਇਹ ਮੁਸਕਰਾਏ ਆ ਤੇ ਹੱਸੇ ਆ। ਇਹ ਸਾਰੇ ਵਚਨ ਦਾਈ ਦੌਲਤਾਂ ਦੇ ਕੋਲੋਂ ਸੁਣ ਕੇ ਜੋ ਦਰਗੀਨ ਵਿਚਾਰ ਪੰਡਤ ਹਰਦਿਆਲ ਜੀ ਨੇ ਜਿਹੜਾ ਜੋਤਿਸ਼ ਸੀ ਉਹਦਾ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ। ਸ਼ੁਭ ਨਿਸ਼ਤਰ ਸ਼ੁਭ ਕਾਲ ਮੈਂ ਚੰਗੀ ਤਰ੍ਹਾਂ ਇਹਨਾਂ ਨੇ ਦੇਖਿਆ ਕਿ ਸ਼ੁਭ ਨਛੱਤਰ ਅਨੁਰਾਧਾ 27ਵਾਂ ਨਛੱਤਰ ਸੀ ਔਰ ਬੜਾ ਸ਼ੁਭ ਸਮਾਂ ਸੀ। ਸ਼ੁਭ ਤਿਪ ਪੁਨ ਸ਼ੁਭ ਵਾਰ ਔਰ ਚੰਦਰਮਾ ਦੀ ਥਿਤ ਵੀ ਬੜੀ ਸ਼ੁਭ ਹੈ ਔਰ ਵਾਰ ਜਿਹੜਾ ਦਿਨ ਵੀ ਬੜਾ ਸ਼ੁਭ ਹੈ ਜਨਮ ਵੇਲੇ ਦਾ। ਤੋ ਭਈ ਭਏ ਲਗਨ ਮੈਂ ਬਾਲਕ ਜਨਮਾ ਕਹਿਣ ਲੱਗਾ ਕਿ ਬੜੇ ਭਲੇ ਲਗਨ ਦੇ ਵਿੱਚ ਬੜੇ ਚੰਗੇ ਸਮੇਂ ਵਿੱਚ ਬਾਲਕ ਦਾ ਜਨਮ ਹੋਇਆ ਹੈ। ਵੇਦ ਵਿਚਾਰ ਕਰਤ ਬੋ ਮਨ ਮਾ ਮਨ ਦੇ ਵਿੱਚ ਇਹ ਬ੍ਰਾਹਮਣ ਵਿਚਾਰ ਕਰਦਾ ਹੈ ਐਸ ਦੇ ਅਵਤਾਰੀ ਕੋ ਕਿ ਇਹ ਜਿਹੜਾ ਬੱਚਾ ਇਹ ਕੋਈ ਆਮ ਬਾਲਕ ਨਹੀਂ ਹੈ, ਇਹ ਤਾਂ ਕੋਈ ਅਵਤਾਰੀ ਪੁਰਖ ਹੈ। ਬਨੇ ਭਾਗ ਕਾਲੂ ਕੇ ਹੋ ਮਨ ਵਿੱਚ ਵਿਚਾਰਦਾ ਹੈ ਕਿ ਮਹਿਤਾ ਕਾਲੂ ਜੀ ਦੇ ਬਹੁਤ ਵੱਡੇ ਭਾਗ ਹਨ। ਕੈ ਬਿਦ ਕਿਸ਼ਨ ਕੇ ਸ਼ਿਵ ਪਵਲੀਨਾ ਕਹਿੰਦਾ ਮੈਨੂੰ ਇਉਂ ਲੱਗਦਾ ਹੈ ਕਿ ਇਹਦੇ ਘਰ ਵਿੱਚ ਬ੍ਰਹਮਾ ਨੇ ਜਨਮ ਲੈ ਲਿਆ ਹੋਵੇ। ਜਾਂ ਹੋ ਸਕਦਾ ਭਗਵਾਨ ਵਿਸ਼ਨੂੰ ਨੇ ਜਨਮ ਲਿਆ ਜਾਂ ਸ਼ਿਵ ਜੀ ਨੇ ਲਿਆ, ਕਿਉਂਕਿ ਤਿੰਨ ਦੇਵਤਿਆਂ ਨੂੰ ਹਿੰਦੂ ਵੱਡੇ ਮੰਨਦੇ ਆ, ਇਹਨਾਂ ਵੀ ਉਹ ਰੱਬ ਮੰਨਦੇ ਆ। ਗੁਰਮਤਿ ਦੇ ਵਿੱਚ ਤਾਂ ਇੱਕ ਅਕਾਲ ਪੁਰਖ ਦੀ ਪੂਜਾ ਤੇ ਇਹ ਸਾਰੇ ਦੇਵੀ ਦੇਵਤੇ ਉਹਦੇ ਹੁਕਮ ਦੇ ਅਧੀਨ ਹਨ। ਪਰ ਬ੍ਰਾਹਮਣਾਂ ਦੇ ਵਿੱਚ ਸਨਾਤਨ ਮਤ ਵਿੱਚ ਇਹਨਾਂ ਦੇਵਤਿਆਂ ਨੂੰ ਤਿੰਨ ਵੱਡੇ ਦੇਵ ਮੰਨਿਆ ਜਾਂਦਾ। ਇਸ ਕਰਕੇ ਪੰਡਤ ਹਰਦਿਆਲ ਸੋਚ ਰਿਹਾ ਵੀ ਜਾਂ ਬ੍ਰਹਮਾ ਨੇ ਜਾਂ ਵਿਸ਼ਨੂੰ ਨੇ ਜਾਂ ਸ਼ਿਵ ਜੀ ਨੇ ਇਹਨਾਂ ਦੇ ਘਰ ਉਤਾਰ ਲਿਆ ਹੈ। ਜਗਤ ਧਾਰਨ ਲਛਣ ਤਿਨੋ ਔਰ ਸਾਰੇ ਲੱਛਣ ਦੇਖ ਲਏ ਕਿ ਇਹਨਾਂ ਦੇ ਸੰਸਾਰ ਨੂੰ ਤਾਰਨ ਵਾਲੇ ਹਨ। ਆਦ ਪਤਰ ਐਸ ਸੀਸ ਚੁਰਾਰੇ ਔਰ ਇਸ ਬਾਲਕ ਦੇ ਸਿਰ ਦੇ ਉੱਤੇ ਛਤਰ ਝੁੱਲੇਗਾ, ਪਾਤਸ਼ਾਹੀ ਦਾ ਚੱਕਰਵਰਤੀ ਸਮਰਾਟ ਹੋਵੇਗਾ। ਪੁਰਬੀ ਦਿਸ਼ਾ ਜਨਮ ਪਇ ਵਾਰੀ ਔਰ ਇਹਨਾਂ ਦਾ ਜਨਮ ਦਾ ਜਿਹੜਾ ਸਮਾਂ ਹੈ ਇਹ ਵੀ ਚੰਗੇ ਪੁਰਬ ਦੇ ਵਿੱਚ ਭਾਵ ਪੁੰਨਿਆਂ ਵਾਲੇ ਦਿਨ ਹੋਇਆ ਹੈ। ਚਕਰਵਰਤ ਹੋਵੇ ਪਵ ਮਾਹੀ ਇਹ ਸੰਸਾਰ ਵਿੱਚ ਸਮਰਾਟ ਹੋਵੇਗਾ, ਚੱਕਰਵਰਤੀ ਰਾਜਾ ਹੋਵੇਗਾ। ਕਰੈ ਦੇਖ ਵਿਜੈ ਸੰਸੈ ਨਾਹੀ ਕਹਿੰਦੇ ਕੋਈ ਸੰਸਾ ਨਹੀਂ ਇਸ ਗੱਲ ਦੇ ਵਿੱਚ, ਕੋਈ ਸ਼ੱਕ ਨਹੀਂ, ਕੋਈ ਸੰਦੇਹ ਨਹੀਂ, ਕੋਈ ਭ੍ਰਾਂਤੀ ਨਹੀਂ ਕਿ ਇਹ ਦਿਗਵਿਜੇ ਹੋਵੇਗਾ, ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੋਵੇਗਾ। ਦਰਸ਼ਨ ਕੀ ਔਰ ਲਾਲਸ ਕੀਨੀ ਔਰ ਇਹ ਸਭ ਕੁਝ ਵਿਚਾਰ ਕੇ ਪੰਡਤ ਹਰਦਿਆਲ ਜੀ ਨੇ ਮਨ ਦੇ ਵਿੱਚ ਲਾਲਸਾ ਕੀਤੀ, ਭਾਵਨਾ ਬਣਾਈ ਕਿ ਮੈਂ ਵੀ ਐਸੇ ਬਾਲਕ ਦੇ ਦਰਸ਼ਨ ਕਰ ਲਵਾਂ। ਦੇ ਸਬਰ ਆਪਣੀ ਦੇ ਜਟੀਨੀ ਜੇ ਮੈਂ ਦਰਸ਼ਨ ਕਰ ਲਵਾਂਗਾ ਤਾਂ ਮੇਰੀ ਆ ਦੇਹੀ, ਮੇਰਾ ਸਰੀਰ, ਮੇਰਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਕਾਲੂ ਸੋ ਪੁਨ ਦੇ ਕਹੀ ਉਸ ਵੇਲੇ ਬਾਬਾ ਕਾਲੂ ਜੀ ਨੂੰ ਬ੍ਰਾਹਮਣ ਫਿਰ ਕਹਿਣ ਲੱਗਾ, ਬਾਲਕ ਮੋਏ ਦਿਖਾਏ ਬਾਲਕ ਮੈਨੂੰ ਦਿਖਾਓ, ਮੈਨੂੰ ਦਰਸ਼ਨ ਕਰਾਓ। ਸੁਣ ਬਰਦਾਈ ਦੌਲਤਾਂ ਉਸ ਵੇਲੇ ਦਾਈ ਦੌਲਤਾਂ ਸੁਣ ਕੇ ਲੀਨੀ ਸ਼ਬਦ ਬੁਲਾਏ ਬਾਬਾ ਕਾਲੂ ਜੀ ਨੇ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਏ। ਕਉ ਭਈ ਬਾਲਕ
ਜਾਨ ਵਿਪਰ ਕੇ ਪਾਸਾ ਕਹਿਣ ਲੱਗੇ ਕਿ ਬਾਲਕ ਨੂੰ ਵਿਪਰ ਜੀ ਦੇ ਕੋਲ, ਬ੍ਰਾਹਮਣ ਜੀ ਦੇ ਕੋਲ ਲੈ ਕੇ ਆਓ। ਧਾਏ ਗਈ ਤੁਨ ਮਧ ਵਾਸਾ ਉਸ ਵੇਲੇ ਦਾਈ ਦੌਲਤਾਂ ਇਹ ਹੁਕਮ ਸੁਣ ਕੇ ਘਰ ਦੇ ਅੰਦਰ ਗਈ। ਜਾਤਿ ਬਾਲਕ ਜਨਮ ਨਾ ਦੇਈ ਜਾ ਕੇ ਮੰਗ ਕੀਤੀ ਕਿ ਬਾਲਕ ਦੇ ਦਿਓ, ਬਾਹਰ ਲੈ ਕੇ ਜਾਣਾ, ਪਰ ਜਨਨੀ ਮਾਤਾ ਤ੍ਰਿਪਤਾ ਜੀ ਬਾਲਕ ਦਿੰਦੇ ਨਹੀਂ। ਜਿਉ ਕਿਰਪਨ ਤਨ ਪ੍ਰੀਤ ਰਖੇ ਜਿਵੇਂ ਸਾਧ ਸੰਗਤ ਦੀ ਸਰੂਪ ਦਾ ਧਾਮ ਨੂੰ ਸਾਂਭ ਕੇ ਰੱਖਦਾ ਨਾ, ਤੇ ਉਹ ਮਾਤਾ ਜੀ ਬਾਲਕ ਨੂੰ ਆਪਣੇ ਨਾਲ ਲਾ ਕੇ ਪਏ ਐ, ਦਿੰਦੇ ਨਹੀਂ ਹਨ ਦਾਈ ਦੌਲਤਾਂ ਨੂੰ। ਐ ਸਰਦ ਰਤ ਸਰਦੀ ਲਾਗੈ ਮਾਤਾ ਜੀ ਕਹਿਣ ਲੱਗੇ ਦੇਖੋ ਬਾਹਰ ਕੱਤੇ ਦਾ ਮਹੀਨਾ, ਸਰਦੀ ਹੈ, ਠੰਡ ਦੀ ਰੁੱਤ ਹੈ, ਬਾਲਕ ਨੂੰ ਠੰਡ ਲੱਗ ਜਾਵੇਗੀ, ਸਰਦੀ ਲੱਗ ਜਾਵੇਗੀ। ਮਰਿੰਦਰ ਬਾਰ ਬਾਰ ਕਸ ਮੰਗੈ ਕੋਮਲ ਬਾਲ ਹੈ, ਬਿਲਕੁਲ ਛੋਟੀ ਜਿਹੀ ਅਵਸਥਾ ਹੈ, ਤੇ ਬਾਹਰ ਕਹਿੰਦੇ ਕਾਹਤੋਂ ਇਹਨੂੰ ਮੰਗਾ ਰਹੇ ਆ, ਬਾਹਰ ਕੌਣ ਕਹਿੰਦੇ ਇਹਨੂੰ ਮੰਗ ਰਿਹਾ ਹੈ। ਗੌਰਵ ਦੁਖੈ ਬਾਰੰਬਾਰਾ ਪਰ ਇੱਧਰ ਬ੍ਰਾਹਮਣ ਜੀ ਨੇ ਜਦੋਂ ਉਹਨਾਂ ਨੂੰ ਆ ਕੇ ਦੱਸਿਆ ਵੀ ਮਾਤਾ ਜੀ ਨੇ ਮਨਾ ਕਰਤਾ, ਬਾਰ-ਬਾਰ ਫਿਰ ਬੇਨਤੀ ਕੀਤੀ। ਜਾਗਿਓ ਦਿਓ ਤਾਤੇ ਅਤ ਪਿਆਰਾ ਜਾਗਣਾ ਕੀਤੀ ਜਿਹੜਾ ਬੜਾ ਪਿਆਰਾ ਪੁੱਤਰ ਹੈ, ਮੈਨੂੰ ਉਸਦੇ ਦਰਸ਼ਨ ਕਰਾਓ। ਲੈ ਕਰ ਦੌਲਤ ਬਾਹਰ ਆਈ ਜਦੋਂ ਬਹੁਤ ਬਾਰ-ਬਾਰ ਦਾਈ ਮਾਤਾ ਜੀ ਦੇ ਕੋਲ ਪਹੁੰਚੀ ਤੇ ਮਾਤਾ ਜੀ ਨੇ ਫਿਰ ਬਾਲਕ ਇਹਨਾਂ ਨੂੰ ਪਕੜਾ ਦਿੱਤਾ। ਬਾਲ ਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦਾਈ ਦੌਲਤ ਆਪਣੀ ਗੋਦ ਵਿੱਚ ਉਠਾ ਕੇ ਬਾਹਰ ਲੈ ਆਈ। ਆਨਨ ਆਰਨ ਜਾਤ ਸੁਹਾਈ ਉਸ ਵੇਲੇ ਦਰਸ਼ਨ ਕੀਤੇ, ਸਤਿਗੁਰੂ ਸਾਹਿਬ ਜੀ ਦਾ ਆਨੰਦ ਜਿਹੜਾ ਚਿਹਰਾ ਮੁਖਾਰ ਹੁੰਦਾ ਹੈ, ਉਹ ਕਮਲ ਫੁੱਲਾਂ ਵਾਂਗ ਸ਼ੋਭਾ ਵਾਲਾ ਹੈ। ਲਗ ਤਨ ਜੋਤ ਦਸਾਲ ਵਿਰਾਜੈ ਕੀ ਦੇਖਦਾ ਹੈ ਹਰਜਾਲ ਪੰਡਤ ਕਿ ਲਗ ਤੱਕ ਅਵਸਥਾ ਛੋਟੀ ਹੈ, ਬਾਲਕ ਅਵਸਥਾ ਹੈ, ਪਰ ਜੋਤ ਅਕਾਲ ਪੁਰਖ ਵਾਹਿਗੁਰੂ ਦੀ ਵਿਰਾਜ ਰਹੀ ਹੈ। ਜਿਉ ਬੜ ਕੈ ਰੂਪ ਲਗ ਸਾਜੈ ਜਿਵੇਂ ਕਹਿੰਦੇ ਇਹ ਬੋੜ ਦਾ ਦਰਖਤ ਹੈ ਨਾ ਸਾਧ ਸੰਗਤ ਜੀ, ਇੱਕ ਸੋ ਉਹ ਬੋੜ ਦਾ ਦਰਖਤ ਜਿਹੜਾ ਉਹ ਅਖੈਰ ਮੰਨਿਆ ਜਾਂਦਾ, ਬਹੁਤ ਛੋਟੇ ਆਕਾਰ ਦਾ ਇਹ ਪ੍ਰਾਗ ਰਾਜ ਦੇ ਵਿੱਚ ਸਾਧ ਸੰਗਤ ਜੀ ਇਹ ਦਰਖਤ ਹੈ, ਜਿਹਨੂੰ ਮੰਨਿਆ ਜਾਂਦਾ ਕਿ ਇਹ ਇਲਾਹਾਬਾਦ ਪ੍ਰਯਾਗਰਾਜ ਹੈ ਜਿੱਥੇ ਵੀ ਇਹ ਜਿਹੜਾ ਬੋੜ ਦਾ ਦਰਖਤ ਆ ਨਾ, ਇਹ ਕਦੇ ਖਤਮ ਨਹੀਂ ਹੁੰਦਾ, ਚਾਹੇ ਭੁਚਾਲ ਆਈ ਜਾਣ, ਤੂਫਾਨ ਆਈ ਜਾਣ, ਪਰਲੋ ਆਈ ਜਾਵੇ, ਪੱਟਿਆ ਨਹੀਂ ਜਾਂਦਾ। ਇਸ ਤਰ੍ਹਾਂ ਇਹ ਛੋਟਾ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਦਾ ਦੇਖ ਕੇ ਪੰਡਤ ਹਰਦਿਆਲ ਮਨ ਵਿੱਚ ਸੋਚਦਾ ਵੀ ਇਹ ਤਾਂ ਪ੍ਰਯਾਗਰਾਜ ਦੇ ਬੋੜ ਦੇ ਦਰਖਤ ਵਰਗੇ ਹਨ। ਦੋਹਰਾ ਦਿਵਰ ਆਤਮਤਵਾਨ ਮਨ ਇਹ ਜਿਹੜਾ ਬੜਾ ਮੱਤਵਾਨ, ਬੜਾ ਬੁੱਧੀ ਵਾਲਾ, ਚੰਗਾ ਸਿਆਣਾ ਪੰਡਤ ਸੀ, ਉਹ ਮਨ ਵਿੱਚ ਸੋਚਦਾ ਹੈ ਸਰਬ ਲਿੰਗ ਪਹਿਚਾਨ ਸਾਰੇ ਜਿਹੜੇ ਚਿੰਨ ਹੈ ਅਵਤਾਰੀ ਪੁਰਖਾਂ ਵਾਲੇ ਇਹਦੇ ਮਨ ਵਿੱਚ ਪਛਾਣ ਲਏ। ਤੀਰਥ ਔਰ ਹਰਕਤ ਸਰਸ ਔਰ ਬੜਾ ਖੁਸ਼ ਹੋਇਆ ਮਨ ਦੇ ਵਿੱਚ ਦਰਸ਼ਨ ਕਰਕੇ। ਆਂਡਾ ਪਿਓ ਜੋ ਸੁਜਾਨ ਉਸ ਵੇਲੇ ਦਰਸ਼ਨ ਕਰਨ ਵਾਸਤੇ ਇਹ ਖੜਾ ਹੋ ਗਿਆ ਸੁਜਾਨ ਪੰਡਤ, ਜਿਹੜਾ ਸਿਆਣਾ ਪੰਡਤ ਹਰਦਿਆਲ ਹੈ। ਸੋ ਪਈ ਪੁਲਕਿਓ ਪਰਮ ਪ੍ਰੇਮ ਮੈਂ ਮਨਵਾ ਇਹਦਾ ਮਨ ਬਹੁਤ ਪ੍ਰੇਮ ਦੇ ਵਿੱਚ ਅਨੰਦਿਤ ਹੋ ਗਿਆ, ਖਿੜ ਗਿਆ। ਬੰਧਨ ਕਰ ਜਾਣਿਓ ਨਿਜ ਧਨਵਾ ਉਸ ਵੇਲੇ ਇਹ ਹਰਦਿਆਲ ਪੰਡਤ ਜਿਹੜਾ ਉਸ ਵੇਲੇ ਦਾ ਮੰਨਿਆ ਪ੍ਰਮੰਨਿਆ ਜੋਤਸ਼ੀ ਸੀ, ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਾਲਕ ਰੂਪ ਦੇ ਵਿੱਚ ਹੀ ਵੰਦਨਾ ਕੀਤੀ, ਨਮਸਕਾਰ ਕੀਤੀ। ਜਿਉ ਜਨ ਇਸ ਦੇਵ ਕੋ ਦੇਖੀ ਜਿਵੇਂ ਕੋਈ ਭਗਤੀ ਵਾਲਾ ਨਿਗਿਆਸੂ ਆਪਣੇ ਇਸ਼ਟ ਦੇਵ ਦੇ ਦਰਸ਼ਨ ਕਰਦਾ ਹੈ, ਕਿਉਂ ਔਰ ਮੈਂ ਭਾ ਮੋਦ ਬਖਸ਼ੀ ਜਿਵੇਂ ਉਹਨੂੰ ਸਾਧਨਾ ਕਰਨ ਵਾਲੇ ਸਾਧਕ ਨੂੰ ਜਦੋਂ ਦਰਸ਼ਨ ਹੋ ਜਾਣ ਉਹ ਖੁਸ਼ ਹੁੰਦਾ। ਇਉਂ ਪੰਡਤ ਹਰਦਿਆਲ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਲਕ ਸਰੀਰ ਦੇ ਦਰਸ਼ਨ ਕਰਕੇ ਬੜਾ ਸਾਧ ਸੰਗਤ ਜੀ ਆਨੰਦਿਤ ਹੋਇਆ, ਪ੍ਰਸੰਨ ਹੋ ਗਿਆ। ਸਭ ਅੰਗਨ ਤੇ ਸੁੰਦਰ ਲੱਛਣ ਸਤਿਗੁਰੂ ਜੀ ਦੇ ਸਰੀਰ ਦੇ ਦਰਸ਼ਨ ਕੀਤੇ, ਸਾਰੇ ਅੰਗਾਂ ਦੇ ਬੜੇ ਸੁੰਦਰ ਲੱਛਣ ਹਨ। ਲਗਿਓ ਬਲੋਕਨ ਵਿਪਰ ਬਚਣ ਕੱਲੇ ਕੱਲੇ ਸਤਿਗੁਰੂ ਜੀ ਦੇ ਸਰੀਰ ਦੇ ਅੰਗ ਨੂੰ ਦੇਖਦਾ ਸਿਆਣਾ ਪੰਡਤ। ਅਰਨ ਚਰਨ ਵਰ ਨੰਦਲ ਸੁਹਾਵੈ ਸਤਿਗੁਰੂ ਜੀ ਦੇ ਚਰਨ ਜਿਹੜੇ ਆ ਇਹ ਲਾਲ ਰੰਗ ਦੇ ਆ, ਸ੍ਰੇਸ਼ਟ ਚਰਨ ਹਨ ਔਰ ਬੜੇ ਕੋਮਲ ਹਨ, ਸ਼ੋਭਾ ਵਾਲੇ। ਜਿਮਦਰ ਕੋਕਲ ਦੰਬਦ ਪਾਵੈ ਜਿਵੇਂ ਸਾਧ ਸੰਗਤ ਜੀ ਕਾਬਲ ਦਾ ਫੁੱਲ ਸੁੰਦਰ ਪੱਤਿਆਂ ਦੇ ਸਹਿਤ
ਸ਼ੋਭਾ ਪਾਉਂਦਾ ਹੈ। ਭੋਲੇ ਆਰਾਮ ਕੰਦ ਸ਼ੁਭ ਉਚੇ ਭੁਜਾਵਾਂ ਜਿਹੜੀਆਂ ਬਾਹਾਂ ਆ ਜਾਣ ਬਾਹੋ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਜਿਹੜੀਆਂ ਬਾਹਾਂ ਉਹ ਗੋਡਿਆਂ ਤੋਂ ਨੀਵੀਆਂ ਲੰਮੀਆਂ ਬਾਹਾਂ ਹਨ, ਔਰ ਕੰਧ ਸ਼ੁਭ ਉੱਚੇ, ਕੰਧੇ ਜਿਹੜੇ ਮੋਢੇ ਆ ਉਹ ਬੜੇ ਉੱਚੇ ਹਨ। ਕਰਜ ਅਰਨ ਜਿਉ ਨਗ ਹੋਏ ਸੁਚੇ ਜਿਵੇਂ ਸਾਧ ਸੰਗਤ ਜੀ ਸੁੱਚੇ ਨਗ ਹੁੰਦੇ ਆ, ਇਉਂ ਜਿਹੜੇ ਹੱਥਾਂ ਤੇ ਨੌ ਹੱਥਾਂ ਦੀਆਂ ਉਂਗਲਾਂ ਬੜੀਆਂ ਸ਼ੋਭਾ ਵਾਲੀਆਂ ਹਨ। ਕਰ ਸ਼ਾਖਾ ਇੱਕ ਸਾਰਦ ਸਲਾ ਸਾਰੀਆਂ ਉਂਗਲੀਆਂ ਜਿਹੜੀਆਂ ਇੱਕ ਸਾਰ ਹਨ, ਲੰਮੀਆਂ ਔਰ ਆਜ ਸ਼ੋਭਤ ਸ਼ਰਸ਼ਾਲਾ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ਼ੋਭਾ ਔਰ ਆਇਤ ਸ਼ੋਭਤ ਸ਼ੋਭਸ਼ਾਲਾ, ਸਤਿਗੁਰੂ ਜੀ ਦੇ ਨੌ ਬੜੇ ਸੁੰਦਰ ਆ, ਹੱਥਾਂ ਦੀਆਂ ਉਂਗਲੀਆਂ ਸੁੰਦਰ ਆ, ਇਸ ਤਰ੍ਹਾਂ ਛਾਤੀ ਜਿਹੜੀ ਚੌੜੀ ਹੈ। ਦਾਨ ਕਰ ਮੈਂ ਚਮਰ ਬਨਾਵਾ ਦੁਬਾਰਾ ਕਰੋ ਜੀ। ਦਾਨ ਕਰ ਮੈਂ ਚਮਰ ਬਨਾਵਾ ਹਾਂਜੀ, ਸੱਜਾ ਹੱਥ ਦਾਹਰ ਕਰ, ਸੱਜਾ ਹੱਥ ਆ ਜਿਹੜਾ ਉਹਦੇ ਵਿੱਚ ਚੌਰ ਬਣਿਆ ਹੋਇਆ ਹੈ। ਸ਼ਤਰ ਬਾਮ ਮੈਂ ਵਿਚਰ ਸੁਹਾਵਾ ਔਰ ਜਿਹੜਾ ਸੱਜਾ ਹੱਥ ਖੱਬਾ ਹੱਥ ਆ ਉਹਦੇ ਵਿੱਚ ਸਾਧ ਸੰਗਤ ਜੀ ਜਿਹੜਾ ਸੁੰਦਰ ਇੱਕ ਹੱਥ ਦੇ ਵਿੱਚ ਚੌਰ ਬਣਿਆ ਹੋਇਆ, ਦੂਜੇ ਵਿੱਚ ਛਤਰ ਬਣਿਆ ਹੋਇਆ ਹੈ। ਕੋਮਲ ਗੋਲ ਕਪੋਲ ਸੁਹਾਨ ਸਤਿਗੁਰੂ ਜੀ ਦਾ ਕੋਮਲ ਚਿਹਰਾ, ਗੋਲ ਮਟੋਲ ਗੱਲਾਂ ਹਨ। ਉਨਤ ਨਾਸ ਕਾ ਮੋਦ ਬਡਾਮਨ ਔਰ ਨਾਸ ਦਾ ਨੱਕ ਜਿਹੜਾ ਬੜਾ ਉੱਚਾ ਲੰਮਾ ਹੈ। ਅਰਤੰਗ ਚੰਦਰਾਕਾਰ ਦਰਾਰਨ ਔਰ ਮੱਥਾ ਜਿਹੜਾ ਅੱਧੇ ਚੰਦਰਮਾ ਵਰਗਾ ਹੈ। ਧਨ ਪ੍ਰਗੁਟੀ ਸੋ ਪੰਚਰ ਪ੍ਰੰਚ ਵਿੱਚ ਬਿਨਵਾਰਨ ਔਰ ਜਿਹੜੀ ਤਰਕੁੱਟੀ ਹੈ ਭਵਾਂ ਦੇ ਵਿਚਕਾਰਲੀ ਜਗ੍ਹਾ ਹੈ, ਇਹ ਵੀ ਬਿਨਾਂ ਬਾਲਾਂ ਤੋਂ ਹੈ, ਭਾਵ ਦੋਵੇਂ ਭਵਾਂ ਦੇ ਵਿਚਕਾਰ ਭਵਟਕਾਂ ਦੇ ਵਿਚਕਾਰ ਜਗ੍ਹਾ ਖਾਲੀ ਹੈ। ਸੁਨ ਕਾਲੂ ਸੁਧ ਤੋਏ ਬਖਸ਼ਣ ਇਹ ਸਾਰੇ ਲੱਛਣ ਦੇਖ ਕੇ, ਸਰੀਰ ਦੇ ਸੁੰਦਰ ਅੰਗਾਂ ਨੂੰ ਨਿਹਾਰ ਕੇ, ਸ਼ੋਭਾ ਨੂੰ ਦੇਖ ਕੇ ਇਹ ਬਾਬਾ ਹਰਦਿਆਲ ਪੰਡਤ ਜੀ ਕਹਿਣ ਲੱਗੇ ਕਿ ਇਹ ਮਹਿਤਾ ਕਾਲੂ ਜੀ ਸੁਣੋ। ਇਸ ਮੈਂ ਲਗੀਅਤ ਬਾਤ ਸੁਲਛਣ ਤੁਹਾਡੇ ਪੁੱਤਰ ਦੇ ਸਰੀਰ ਨੂੰ ਮੈਂ ਚੰਗੀ ਤਰ੍ਹਾਂ ਦੇਖਿਆ, ਦਰਸ਼ਨ ਕੀਤੇ ਆ, ਇਹਨਾਂ ਦੇ ਵਿੱਚ ਕਹਿੰਦੇ 32 ਦੇ 32 ਲੱਛਣ ਪੂਰੇ ਆ। 32 ਸੁਲੱਖਣਾ ਆਪਾਂ ਕਹਿੰਦੇ ਆ ਨਾ, ਸ਼ੁਭ ਲੱਛਣ ਜਿਹੜੇ 32 ਇਸਤਰੀਆਂ ਵਿੱਚ ਵੀ ਮਰਦਾਂ ਵਿੱਚ ਵੀ ਹੁੰਦੇ ਆ। ਸੋ ਸੁੰਦਰਤਾ ਹੋਣੀ, ਸੁਹਿਰਦ ਹੋਣਾ, ਸੱਚਾ ਹੋਣਾ, ਸੂਰਮਾ ਹੋਣਾ, ਸਾਹਦਾਰ ਹੋਣਾ, ਸ਼ਾਸਤਰ ਦਾ ਗਿਆਤਾ ਹੋਣਾ, ਉਦਮੀ, ਉਦਾਰ, ਗੁਣਗ੍ਰਾਹੀ, ਗੁਣਾਂ ਨੂੰ ਗ੍ਰਹਿਣ ਕਰਨ ਵਾਲਾ, ਗੰਭੀਰ ਹੋਣਾ, ਸ਼ੁੱਧ ਮਨ ਵਾਲਾ ਹੋਣਾ, ਧਰਮੀ ਹੋਣਾ, ਇਤਿਆਦਿਕ ਸਾਧ ਸੰਗਤ ਜੀ ਹੋਰ ਜਿਹੜੇ ਨਿਮਰਤਾਵਾਨ ਹੋਣਾ, ਖਿਮਾਵਾਨ ਹੋਣਾ, ਇੰਦਰਜਿਤ, ਪਵਿੱਤਰ, ਸ਼ੀਲਵਾਨ, ਸੰਤੋਖੀ, ਤੇਜਸਵੀ, ਦਿਆਲੂ, ਇੰਦਰਜਿਤ, ਪਵਿੱਤਰ, ਵਾਹਿਗੁਰੂ ਦਾ ਪ੍ਰੇਮੀ, ਸੰਤੋਖੀ, ਉਪਕਾਰੀ, ਵਿਚਖਣ, ਚਤੁਰ, ਸ੍ਰੇਸ਼ਟ, ਮਤੀ ਵਾਲਾ ਹੋਣਾ, ਜਪੀ ਤਪੀ ਹੋਣਾ, ਨਿੰਦਰਾਜਿਤ ਹੋਣਾ, ਨੀਂਦ ਦੇ ਉੱਤੇ ਜਿਸ ਉੱਤੇ ਨੀਂਦ ਬਹੁਤਾ ਅਸਰ ਨਾ ਕਰੇ। ਇਸੇ ਤਰ੍ਹਾਂ ਸਾਹਸੀ ਹੋਣਾ, ਬਹਾਦਰ, ਸੰਜਮੀ ਹੋਣਾ, ਮਾਤਾ ਪਿਤਾ ਦਾ ਭਗਤ ਹੋਣਾ, ਜਪੀ ਸਤੀ, ਚੰਗੇ ਜੀਵਨ ਵਾਲਾ ਹੋਣਾ ਤੇ ਗਿਆਨ ਦੇ ਸਹਿਤ ਹੋਣਾ। ਇਹ 32 ਲੱਛਣ ਹੁੰਦੇ। ਬਾਬਾ ਕਾਲੂ ਜੀ ਨੂੰ ਇਹ ਪੰਡਤ ਹਰਦਿਆਲ ਜੀ ਕਹਿਣ ਲੱਗੇ ਕਿ ਤੁਹਾਡੇ ਪੁੱਤਰ ਦੇ ਵਿੱਚ ਇਹ 32 ਦੇ 32 ਸ਼ੁਭ ਲੱਛਣ ਹਨ। ਕਰ ਕਰਵਾਏ ਗੁਰਦਿਆਈ ਸੋ ਇਸ ਪ੍ਰਕਾਰ ਕਰ ਧਰਵਾ, ਹਾਂ, ਇਹਨਾਂ ਦੇ ਜਿਹੜੇ ਹੱਥ ਦੀ ਤਲੀ ਹੈ ਉਹ ਕਹਿੰਦੇ ਉਰਦ ਆਈ, ਹੱਥਾਂ ਦੀਆਂ ਤਲੀਆਂ ਕਹਿੰਦੇ ਉੱਚੀਆਂ ਹੋਈਆਂ ਹਨ। ਧਨ ਬਵਾਏ ਰਖੈਂ ਡਿਗ ਢਿਗ ਇਹਦਾ ਨਾਹੀ ਮਤਲਬ ਇਹ ਹੈ ਵੀ ਇਹਨਾਂ ਕੋਲੇ ਧਨ ਬਹੁਤ ਆਵੇਗਾ, ਪਰ ਇਹ ਆਪਣੇ ਕੋਲ ਨਹੀਂ ਰੱਖਣਗੇ। ਪੜਿਓ ਸਮੁੰਦਰਕ ਮੈਂ ਬਹੁ ਸੁਦਾ ਕਹਿਣ ਲੱਗਾ ਜੀ ਮੈਂ ਇਹ ਜਿਹੜੇ ਸਰੀਰ ਅੰਗਾਂ ਨੂੰ, ਰੇਖਾਵਾਂ ਨੂੰ ਦੇਖ ਕੇ ਜਿਹੜਾ ਅਨੁਮਾਨ ਲਾਇਆ ਜਾਣ ਵਾਲਾ ਗ੍ਰੰਥ ਸਮੁੰਦਰੀਕ ਹੈ ਉਹਨੂੰ ਮੈਂ ਚੰਗੀ ਤਰ੍ਹਾਂ ਪੜ੍ਹਿਆ ਹੈ। ਸ਼ੁਭ ਗੁਣ ਸਭ ਇਸ ਮੈਂ ਪ੍ਰੋਦਾ ਪੰਡਤ ਜੀ ਕਹਿੰਦੇ ਸਾਰੇ ਸ਼ੁਭ ਗੁਣ ਜਿਹੜੇ ਆ ਉਹ ਇਸ ਗ੍ਰੰਥ ਵਿੱਚ ਲਿਖ ਕੇ ਦੱਸੇ ਹੋਏ ਆ, ਜਿਹੜੇ ਉਹ ਤੁਹਾਡੇ ਬਾਲਕ ਵਿੱਚ ਹਨ। ਮਹਿਮਾ ਲਿਤ ਮਨੈ ਮਹਿਮਾਨੀ ਮੈਂ ਮਨ ਦੇ ਵਿੱਚ ਮੰਨਦਾ ਹਾਂ ਕਿ ਇਹਨਾਂ ਦੀ ਮਹਿਮਾ ਅਮਿਤ ਨਾ ਮੇਰੀ ਤੋਲੀ ਜਾਣ ਵਾਲੀ ਹੋਵੇਗੀ। ਹੈ ਅਵਤਾਰ ਸਤ ਚਿਤ ਜਾਨੀ ਕਹਿੰਦੇ ਮੈਂ
ਇਹ ਕਹਿੰਦੇ ਗੱਲ ਜਾਣ ਲਈ ਹੈ, ਤੁਸੀਂ ਵੀ ਸੱਚ ਕਰਕੇ ਚਿੱਤ ਦੇ ਵਿੱਚ ਜਾਣੋ ਕਿ ਇਹ ਕੋਈ ਅਵਤਾਰ ਹਨ। ਦਿਲ ਦਰਸਾਏ ਧਾਰੇ ਜਗਮਾਤਾ ਇਹ ਦੇਵ ਨੂੰ ਬ੍ਰਹਮ ਨੂੰ ਦਰਸ਼ਨ ਕਰਵਾ ਕੇ ਉਸ ਤੋਂ ਬਾਅਦ ਬਾਲਕ ਨੂੰ ਮਾਤਾ ਜੀ ਦੇ ਕੋਲ ਲੈ ਗਏ। ਦੀਨੋਂ ਜਾਏ ਸੋ ਸੁੰਦਰ ਦਾਤਾ ਇਹ ਸੁੰਦਰ ਬਾਲਕ ਸੁੰਦਰ ਬੱਚਾ ਜਾ ਕੇ ਮਾਤਾ ਜੀ ਨੂੰ ਸੌਂਪਿਆ। ਨੰਦੀ ਮੁਖਮ ਸ਼ਰਾਬ ਕਰਵਾਇਓ ਉਸ ਵੇਲੇ ਸਾਧ ਸੰਗਤ ਜੀ ਨੰਦੀ ਮੁਖ ਸ਼ਰਾਬ ਜਿਹੜੇ ਆ ਖੁਸ਼ੀ ਦੇ ਸਮੇਂ ਦੇ ਉੱਤੇ ਕਰਾਏ ਜਾਂਦੇ ਆ, ਇਹ ਪੰਡਤ ਜੀ ਨੇ ਕਰਵਾਏ। ਵੇਦਨ ਵਿਦ ਜਿਉ ਵਿਪਰਤ ਬਤਾਇਓ ਜਿਵੇਂ ਵੇਦਾਂ ਦੇ ਵਿੱਚ ਵਿਧੀ ਲਿਖੀ ਹੋਈ ਸੀ, ਰੀਤੀ ਰਸਮ ਰਿਵਾਜ ਲਿਖੀ ਹੋਈ ਸੀ ਉਸ ਵੇਲੇ ਦੀ ਸਨਾਤਨ ਮਤ ਦੀ, ਉਹਦੇ ਮੁਤਾਬਕ ਜਿਵੇਂ ਬ੍ਰਾਹਮਣ ਨੇ ਦੱਸਿਆ ਸਭ ਕੁਝ ਕੀਤਾ ਗਿਆ। ਆਰੋ ਕੈ ਨਾਮ ਸਦ ਰਾਖੋ ਉਸ ਵੇਲੇ ਬਾਬਾ ਕਾਲੂ ਜੀ ਕਹਿਣ ਲੱਗੇ ਕਿ हे ਪੰਡਤ ਹਰਦਿਆਲ ਜੀ, ਹੁਣ ਇਹ ਸਭ ਕੁਝ ਤੁਸੀਂ ਦੇਖ ਲਿਆ, ਲਗਨ ਵਿਚਾਰ ਲਿਆ, ਬਾਲਕ ਦੇ ਦਰਸ਼ਨ ਕਰ ਲਏ ਆ, ਸਮਾਂ ਤੁਹਾਨੂੰ ਦੱਸ ਦਿੱਤਾ ਗਿਆ, ਸਾਰੀ ਜਾਣਕਾਰੀ ਤੁਹਾਡੇ ਕੋਲ ਆ ਗਈ। ਹੁਣ ਇਸ ਬਾਲਕ ਦਾ ਤੁਸੀਂ ਸੋਹਣਾ ਜਿਹਾ ਨਾਂ ਰੱਖੋ। ਵਰਨ ਸੋਧ ਸ਼ੁੱਧ ਮੁਝ ਸੋ ਪਾਪੋ ਔਰ ਚੰਗੇ ਸੋਹਣੇ ਅੱਖਰਾਂ ਨੂੰ ਸੋਧ ਕੇ ਸੋਹਣੇ ਅੱਖਰਾਂ ਦੇ ਵਿੱਚ ਇਹਨਾਂ ਦਾ ਨਾਮ ਰੱਖ ਕੇ ਉਹ ਕਹਿੰਦੇ ਤੁਸੀਂ ਮੋਹੇ ਭਾਖੋ। ਉਹ ਮੈਨੂੰ ਆ ਕੇ ਦੱਸੋ। ਸੁਣ ਕਾਲ ਸਨਾਮ ਪਾਰਾ ਉਸ ਵੇਲੇ ਸਾਧ ਸੰਗਤ ਜੀ ਬਾਬਾ ਕਾਲੂ ਜੀ ਨੂੰ ਕਹਿਣ ਲੱਗੇ ਪੰਡਤ ਹਰਦਿਆਲ ਜੀ ਕਿ ਇਹਨਾਂ ਦਾ ਨਾਮ ਜਿਹੜਾ ਕਦੇ ਆਮ ਨਾਮ ਨਹੀਂ ਪਾਰਾਵਾਰ ਤੋਂ ਰਹਿਤ ਹੋਵੇਗਾ। ਆਮਰਾ ਕੋ ਕਰ ਸੋਧ ਵਿਚਾਰਾ ਇਹ ਜਲਦੀ ਨਹੀਂ ਮੈਂ ਨਾਮ ਰੱਖ ਸਕਦਾ, ਸਭ ਕੁਝ ਸੋਧ ਕੇ ਸਭ ਕੁਝ ਦੇਖ ਕੇ ਪਰਖ ਕੇ ਫਿਰ ਇਹਨਾਂ ਦਾ ਸ਼ੁਭ ਨਾਮ ਰੱਖਾਂਗਾ। ਅਬ ਨਿਜ ਕੁਲ ਕੀ ਕੀਜੈ ਖਾਲੀ ਹੁਣ ਕਹਿੰਦੇ ਜਿਹੜੀ ਤੁਹਾਡੀ ਕੁਲ ਦੀ ਵੰਸ਼ ਦੀ ਰੀਤੀ ਹੈ ਉਸ ਤਰ੍ਹਾਂ ਕਰੋ। ਜੋ ਜਾਚੈ ਤੇ ਕੋ ਭੇਜ ਨਾ ਖਾਲੀ ਕਹਿੰਦੇ ਜਿਹੜਾ ਵੀ ਤੁਹਾਡੇ ਕੋਲ ਕੋਈ ਜਾਚਨਾ ਕਰਨਾ ਆਵੇ ਨਾ, ਤੁਹਾਡੇ ਦੁਆਰੇ ਤੇ ਵਧਾਈਆਂ ਦੇਣ ਆਵੇ, ਕੋਈ ਵੀ ਬੰਦਾ ਖਾਲੀ ਨਾ ਜਾਵੇ। ਉਹਨੂੰ ਕਹਿੰਦੇ ਪੁੰਨ ਦਾਨ ਕਰੋ, ਖੁਸ਼ੀਆਂ ਮਨਾਓ, ਇਹ ਸਭ ਕੁਝ ਤੁਸੀਂ ਕਰੋ ਤੇ ਨਾਮ ਜਿਹੜਾ ਰੱਖਣਾ ਉਹ ਕਹਿੰਦੇ ਮੈਨੂੰ ਸਮਾਂ ਦਿਓ। ਉਹ ਸਮਾਂ ਵਿਚਾਰ ਕੇ ਸਭ ਕੁਝ ਵਿਚਾਰ ਕੇ ਕਹਿੰਦੇ ਫਿਰ ਮੈਂ ਇਹਨਾਂ ਦਾ ਸ਼ੁਭ ਨਾਮ ਰੱਖਾਂਗਾ। ਅੱਗੇ ਵੀ ਕਥਾ ਆਵੇਗੀ, ਜਿਵੇਂ ਬਾਲਕ ਦਾ ਨਾਮ ਨਾਨਕ ਰੱਖਿਆ ਜਾਵੇਗਾ, ਨਾਨਕ ਦਾ ਅਰਥ ਕੀ ਹੈ ਉਹ ਵੀ ਪੰਡਤ ਜੀ ਦੱਸਣਗੇ। ਸੋ ਇਹ ਕਥਾ ਆਪਾਂ ਸਤਿਗੁਰੂ ਕਿਰਪਾ ਕਰਨ ਕੱਲ੍ਹ ਦੇ ਦੀਵਾਨ ਵਿੱਚ ਰਲ ਮਿਲ ਕੇ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਕਰਦੇ ਹੋਏ ਸਾਧ ਸੰਗਤ ਜੀ ਆਓ ਸਮਾਪਤੀ ਦੇ ਵਿੱਚ ਆਪਾਂ ਸ਼ਾਮਲ ਹੋਈਏ। ਆਪ ਨਿਜ ਕੁਲ ਕੀ ਕੀਜੈ ਚਾਲੀ ਜੋ ਜਾਚੈ ਤੇ ਭੇਦ ਨਾ ਖਾਲੀ। ਵਾਹ